हाँ जी स्टूडेंट्स, ਵੈਲਕਮ ਟੂ ਬਾਲਾਜ ਐਜੂਕੇਸ਼ਨ ਪੁਆਇੰਟ। ਸਟੂਡੈਂਟਸ, ਅੱਜ ਦੀ ਜਿਹੜੀ ਕਲਾਸ ਹੈ ਇਸ ਦੇ ਵਿੱਚ ਆਪਾਂ ਪੰਜਾਬੀ ਪੈਡਾਗੋਜੀ ਦੇ ਐਮਸੀਕਿਊ ਡਿਸਕਸ ਕਰਾਂਗੇ ਜੋ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਤੇ ਪੰਜਾਬ ਦੇ ਜਿੰਨੇ ਵੀ ਆਪਣੇ ਪੀਐਸ ਟੈਟ ਦੇ ਐਗਜ਼ਾਮ ਹੋਇਆ ਉਹਨਾਂ ਵਿੱਚੋਂ ਇਹ ਕੁਐਸਚਨ ਲਏ ਗਏ ਆ। ਤੇ ਦੂਸਰੀ ਗੱਲ ਹੈ ਵੀ ਕੁਝ ਆਪਣੇ ਵੱਲੋਂ ਵੀ ਅਸੀਂ ਤਿਆਰ ਕੀਤੇ ਹੋ ਕੁਐਸਚਨ ਤੁਹਾਡੇ ਜੋ ਹੈ ਬੈਨੀਫੀਸ਼ੀਅਲ ਵਾਸਤੇ, ਤੁਹਾਡੇ ਫਾਇਦੇ ਵਾਸਤੇ ਇਹ ਤਿਆਰ ਕੀਤੇ ਗਏ ਆ ਤਾਂ ਕਿ ਤੁਸੀਂ ਪੰਜਾਬੀ ਪੈਡਾਗੋਜੀ ਜਦੋਂ ਤੁਹਾਨੂੰ ਐਗਜ਼ਾਮ ਦੇ ਵਿੱਚ ਇਹਦੇ ਨਾਲ ਰਿਲੇਟਡ ਕੁਐਸਚਨ ਪੁੱਛੇ ਜਾਣ ਤੁਸੀਂ ਆਸਾਨੀ ਨਾਲ ਉਹਨਾਂ ਨੂੰ ਸੋਲਵ ਕਰ ਸਕੋ ਤੇ ਤੁਸੀਂ ਪੰਜਾਬੀ ਦੇ ਵਿੱਚ ज़्यादा ਤੋਂ ज़्यादा ਨੰਬਰ ਲੈ ਸਕੋ ਤੇ ਤੁਹਾਡਾ ਪੀਐਸ ਟੈਟ ਆਸਾਨੀ ਨਾਲ ਕਲੀਅਰ ਹੋ ਸਕੇ। ਹਾਂਜੀ, ਪੰਜਾਬੀ ਪੈਡਾਗੋਜੀ ਠੀਕ ਹੈ, ਜੋ ਕਿ ਦੇਖੋ एग्जाम ਦੇ ਵਿੱਚ ਇਸ ਤਰ੍ਹਾਂ ਪੁੱਛੀ ਜਾਂਦੀ ਹੈ ਕਿ ਇੱਕ ਤੁਸੀਂ ਟੀਚਰ ਬਣ ਜਾ ਰਹੇ ਹੋ, ਠੀਕ ਹੈ, ਤਾਂ ਟੀਚਰ ਬਣਨ ਦੇ ਲਈ ਤੁਹਾਡੇ ਅੰਦਰ ਇਸ ਤਰ੍ਹਾਂ ਦੀ ਐਬਿਲਿਟੀ, ਇਸ ਤਰ੍ਹਾਂ ਦੀ ਯੋਗਤਾ ਹੋਣੀ ਚਾਹੀਦੀ ਹੈ ਵੀ ਤੁਸੀਂ ਬੱਚਿਆਂ ਨੂੰ ਹਰ ਇੱਕ ਜਾਣਕਾਰੀ ਸਹੀ ਤਰੀਕੇ ਨਾਲ ਉਹਨਾਂ ਤੱਕ ਪਹੁੰਚਾਓ ਤੇ ਬੱਚਿਆਂ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ। ਤਾਂ ਅਜਿਹੀਆਂ ਮਤਲਬ ਕਿ ਕੁਐਸਚਨ ਵੀ ਇਹਦੇ ਵਿੱਚ ਇਸ ਤਰ੍ਹਾਂ ਦੀ ਨੇ ਵੀ ਜਿਸ ਨਾਲ ਕੀ ਹੈ ਵੀ ਤੁਹਾਡੇ ਜਿਹੜੇ ਤੁਹਾਡੇ ਕਈ ਗੱਲਾਂ, ਤੁਹਾਡੇ ਜੋ ਗੱਲਾਂ ਜਿਸ ਦੇ ਉੱਪਰ ਤੁਹਾਨੂੰ ਡਾਊਟ ਹੋਵੇ ਉਹ ਸਾਰੇ ਕਲੀਅਰ ਹੋ ਜਾਣਗੇ। ਠੀਕ ਹੈ, ਵੈਰੀ ਇੰਪੋਰਟੈਂਟ ਕੁਐਸਚਨ ਨੇ ਜੀ ਤੇ ਇਹਨਾਂ ਸਾਰੇ ਪ੍ਰਸ਼ਨਾਂ ਨੂੰ ਤੁਸੀਂ ਧਿਆਨ ਨਾਲ ਸਮਝਣਾ ਵੀ ਕਿਸ ਤਰ੍ਹਾਂ ਇਹਨਾਂ ਨੂੰ ਤੁਸੀਂ ਮਤਲਬ ਕਿ ਇਹਦਾ ਹੱਲ ਲੱਭਣਾ। ਠੀਕ ਹੈ, ਜਿਵੇਂ ਇਹਦੇ ਵਿੱਚੋਂ ਪਹਿਲਾ ਕੁਐਸਚਨ ਸਕੀਮਾ ਕੀ ਹੈ ਪ੍ਰਸ਼ਨ ਪੁੱਛਿਆ ਗਿਆ। ठीक है, यह क्वेश्चन कई बार रिपीट हो चुका है एग्जाम के विच, चाहे वो पीएस टैट का एग्जाम हो, चाहे फिर सी टैट का एग्जाम हो जो सेंटर लेवल का होंगे, चाहे रीट के एग्जाम होए ने उन्हां विच भी इस तरह के क्वेश्चन पूछे जाते हैं। तो तुसीं ये समझ लो भी जिन्ने भी तुहाडे एग्जाम होंगे है ना जो होंगे जिस दे विच पंजाबी पैडागोजी पुछी जाती है ਜਾਂ फिर जिवें होर सबजैक्टां दी पैडागोजी आ ਉਹਨਾਂ ਦੇ ਵਿੱਚ ਵੀ ਇਹ ਕੁਝ ਕਈ ਕੁਐਸਚਨ ਰਿਪੀਟ ਹੁੰਦੇ ਰਹਿੰਦੇ ਆ। ਤਾਂ ਇਹ ਸਾਰੇ ਕੁਐਸਚਨਾਂ ਨੂੰ ਤੁਸੀਂ ਧਿਆਨ ਨਾਲ ਸਮਝਣਾ ਸਟੂਡੈਂਟਸ। ਜਿਵੇਂ ਸਕੀਮਾ ਕੀ ਹੈ, ਕਈ ਬੱਚਿਆਂ ਨੂੰ ਦੇਖੋ ਆਸਾਨੀ ਨਾਲ ਪਤਾ, ਜਿਹੜੇ ਬੱਚਿਆਂ ਨੇ ਜੀਨ ਪਿਆਜ਼ੀ ਦੀ ਥਿਉਰੀ ਨੂੰ ਚੰਗੀ ਤਰ੍ਹਾਂ ਸਮਝਿਆ ਪੜ੍ਹਿਆ ਹੋਇਆਗਾ ਤਾਂ ਉਹ ਇਸ ਤਰ੍ਹਾਂ ਦੇ ਪ੍ਰਸ਼ਨ ਨੂੰ ਆਸਾਨੀ ਨਾਲ ਸੋਲਵ ਕਰ ਸਕਦੇ ਆ। ठीक है, चलो ਜਿਹੜੇ ਬੱਚਿਆਂ ਨੂੰ ਨਹੀਂ ਪਤਾ ਤਾਂ ਉਹ ਸਮਝ ਲੈਣ ਸਕੀਮਾ ਕੀ ਚੀਜ਼ ਹੈ। ਸਕੀਮਾ ਦੇਖੋ ਤੇ ਆਪਸ਼ਨ ਚੈੱਕ ਕਰਨੇ ਨੇ ਤੁਸੀਂ। ਪਹਿਲੀ ਆਪਸ਼ਨ ਹੈ ਵੀ ਜਾਣਕਾਰੀ ਦਾ ਭੰਡਾਰ ਹੁੰਦੀ ਹੈ, ਠੀਕ ਹੈ। दूसरा ऑप्शन है किसी समस्या ਨੂੰ हल करना, ਤੇ तीसरी ऑप्शन है तरतीब ਦਾ ਨਾਮ ਹੈ ਕਿਸੇ ਦਾ, ਤੇ चौथी ऑप्शन है संस्कृत शब्द है कोई। ਤੇ ਚਾਰੇ ਆਪਸ਼ਨਾਂ ਤੁਸੀਂ ਧਿਆਨ ਨਾਲ ਸਮਝਣੀਆਂ। ਜਿਹੜੇ ਬੱਚੇ ਨੂੰ ਦੇਖੋ ਆਨਸਰ ਪਤਾ, ਠੀਕ ਹੈ, ਉਹ ਤੁਸੀਂ ਆਪਣੇ ਆਪ ਨੀਚੇ ਕਮੈਂਟ ਬਾਕਸ ਦੇ ਵਿੱਚ ਲਿਖ ਵੀ ਸਕਦੇ ਹੋ ਜਦੋਂ ਮੈਂ ਸਮਝਾ ਰਿਹਾ ਹੁੰਨਾ, ਤਾਂ ਮੈਂ ਇਹਦਾ ਆਨਸਰ ਜ਼ਰੂਰ ਦੱਸੂਗਾ। ਪਰ ਤੁਸੀਂ ਇਹ ਸਮਝ ਲਓ ਵੀ ਸਕੀਮਾਂ ਦੇਖੋ ਕਈ ਬੱਚੇ ਤੇ ਪਿੱਛੇ ਕੰਨਾ ਸ਼ਬਦ ਨੂੰ ਕੀ ਹੈ ਸਕਿਪ ਕਰਕੇ ਸਕੀਮ ਸ਼ਬਦ ਸਮਝ ਲੈਂਦੇ ਆ ਇਸਨੂੰ ਵੀ ਸਕੀਮ ਕੀ ਹੋ ਗਿਆ, ਇੱਕ ਤਰਕੀਬ ਹੋ ਗਈ। ਠੀਕ ਹੈ, ਇੱਥੇ ਜਿਵੇਂ ਤਰਤੀਬ ਲਿਖਿਆ ਹੋਇਆ ਉਹਨੂੰ ਤਰਕੀਬ ਸਮਝ ਕੇ ਲਾ ਸਕਦੇ ਆਨਸਰ। ਪਰ ਇੱਕ ਯਾਦ ਰੱਖਣਾ ਸਟੂਡੈਂਟ, ਸਕੀਮਾ ਇੱਕ ਕੀ ਹੁੰਦਾ, ਜਾਣਕਾਰੀ ਦਾ ਭੰਡਾਰ ਹੁੰਦਾ। ਇਹਦਾ ਫਸਟ ਆਪਸ਼ਨ ਸਹੀ ਹੋਊਗਾ। ਠੀਕ ਹੈ, ਜਿਹੜਾ ਜੀਨ ਪਿਆਜੇ ਸੀਗਾ ਉਹਨੇ ਹੀ ਕਿਹਾ ਸੀ ਵੀ ਕਿਸੇ ਵੀ ਚੀਜ਼ ਬਾਰੇ ਜਦੋਂ ਆਪਾਂ ਨੂੰ ਨੌਲੇਜ ਮਿਲਦੀ ਆ, ਗਿਆਨ ਹਾਸਲ ਹੁੰਦਾ ਜਾਂ ਜਾਣਕਾਰੀ ਮਿਲਦੀ ਆ, ਉਸਦੇ ਇਕੱਠ ਨੂੰ, ਉਸਦੇ ਭੰਡਾਰ ਨੂੰ ਕੀ ਕਿਹਾ ਜਾਂਦਾ, ਸਕੀਮਾ ਕਿਹਾ ਜਾਂਦਾ। ਇਹ ਪਹਿਲੇ ਕੁਐਸਚਨ ਦਾ ਆਨਸਰ ਹੋਊਗਾ ਤੁਹਾਡਾ। ਠੀਕ ਹੈ, ਜਾਣਕਾਰੀ ਦੇ ਭੰਡਾਰ ਨੂੰ ਸਕੀਮਾ ਕਿਹਾ ਜਾਂਦਾ। ਐਗਜ਼ਾਮ ਦੇ ਵਿੱਚ ਇਸ ਨੂੰ ਗਿਆਨ ਦਾ ਭੰਡਾਰ ਵੀ ਲਿਖ ਸਕਦਾ ਉੱਥੇ, ਜਾਂ ਫਿਰ ਗਿਆਨ ਦਾ ਭੰਡਾਰ ਕਹਿ ਸਕਦਾ ਉੱਥੇ ਪੰਜਾਬੀ ਦੇ ਵਿੱਚ ਤੁਹਾਨੂੰ। ठीक है जी, इत्थे जानकारी की जगह ज्ञान लिख सकता, इत्थे कन्फ्यूज़ करने वास्ते भी असी, ते जां फिर लिख सकता भी ज्ञान दा इकट्ठ, ज्ञान दा इकट्ठ। ये सारी चीज़ां तुसीं ध्यान नाल समझनियां ने। ठीक है जी, दूसरा जिवें इत्थे प्रश्न है भी सरीरक तालमेल दी जो कमी हुंदी है, ठीक है, बच्चों विच सरीरक तालमेल दी कमी हुंदी है, ਤਾਂ ਇਸ ਤਰ੍ਹਾਂ ਦੀ ਕਮੀ ਨੂੰ ਕੀ ਕਿਹਾ ਜਾਂਦਾ। ਤੁਸੀਂ ਡਿਸਆਰਡਰਸ ਪੜ੍ਹੇ ਹੋਣੇ ਬੱਚਿਆਂ ਦੇ, ਹੈ ਨਾ, ਡਿਸਆਰਡਰ। ਠੀਕ ਹੈ ਜੀ, ਜਿਹੜੇ ਬੱਚਿਆਂ ਨੇ ਡਿਸਆਰਡਰ ਪੜ੍ਹੇ ਹੋਏ ਆ ਯਾਨੀ ਕਿ ਅਸਮਰੱਥਾ ਬਾਰੇ ਪੜ੍ਹਿਆ ਹੋਇਆ ਬੱਚਿਆਂ ਦੀਆਂ, ਠੀਕ ਹੈ, ਉਹ ਇਸ ਕੁਐਸਚਨ ਦਾ ਸਹੀ ਆਨਸਰ ਲੱਭ ਲੈਣਗੇ। ਠੀਕ ਹੈ, ਡਿਸਆਰਡਰ ਕੀ ਹੁੰਦੇ ਆ, ਅਸਮਰੱਥਾ ਕੀ ਹੁੰਦੀਆਂ ਨੇ, ਬੱਚਿਆਂ ਵਿੱਚ ਕੁਝ ਕਮੀਆਂ ਹੁੰਦੀਆਂ ਨੇ ਜੋ ਉਹਨਾਂ ਦੇ ਲਿਖਣ ਵਿੱਚ, ਪੜ੍ਹਨ ਦੇ ਵਿੱਚ, ਜਾਂ ਫਿਰ ਮੈਥ ਰਿਲੇਟਡ ਹੋ ਸਕਦੇ ਆ, ਲਿਖਣ ਸੰਬੰਧੀ, ਪੜ੍ਹਨ ਸੰਬੰਧੀ ਹੋਗਾ, ਸੁਣਨ ਸੰਬੰਧੀ ਨਹੀਂ ਆਪਾਂ ਕਹਿ ਸਕਦੇ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਹੋ ਸਕਦੀਆਂ ਨੇ ਇਹ ਕਮੀਆਂ ਦੇ ਕਾਰਨ ਇਹ ਅਸਮਰੱਥਾ ਬੱਚਿਆਂ ਵਿੱਚ ਦੇਖਣ ਨੂੰ ਮਿਲਦੀਆਂ ਨੇ ਗਿਆ। ਠੀਕ ਹੈ ਜੀ, ਇਹਨਾਂ ਵਿੱਚ ਹੁਣ ਦੇਖੋ ਸਰੀਰਕ ਤਾਲਮੇਲ ਕਮੀ ਦੀ ਗੱਲ ਹੋ ਰਹੀ ਹੈ, ਇਸ ਨੂੰ ਡਿਸਆਰਡਰ ਵੀ ਲਿਖਿਆ ਹੋ ਸਕਦਾ ਉੱਥੇ, ਅਸਮਰੱਥਾ ਵੀ ਲਿਖਿਆ ਹੋ ਸਕਦਾ ਇੱਥੇ ਕਮੀ ਦੀ ਜਗ੍ਹਾ, ਤਾਂ ਤੁਸੀਂ ਉੱਥੇ ਕਨਫਿਊਜ਼ ਨਹੀਂ ਹੋਣਾ। ਦੇਖੋ ਤੇ ਆਪਸ਼ਨ ਨੇ ਕਿ ਡਿਸਮੋਰਫੀਆ, ਡਿਸਫੇਜ਼ੀਆ, ਡਿਸਲੈਕਸੀਆ ਜਾਂ ਫਿਰ ਡਿਸਪ੍ਰੈਕਸੀਆ। ਤਾਂ ਜਿਹੜੇ ਬੱਚਿਆਂ ਨੇ ਚੰਗੀ ਤਰ੍ਹਾਂ ਉਹਦਾ ਆਨਸਰ ਇਹ ਕੀ ਆਊਗਾ, ਡਿਸਪ੍ਰੈਕਸੀਆ।
ਠੀਕ ਹੈ ਜੀ। ਡਿਸਪ੍ਰੈਕਸੀਆ ਮੈਂ ਇੱਥੇ ਜਿਹੜੇ ਬੱਚੇ ਨੇ ਪਹਿਲਾਂ ਕਲਾਸਿਸ ਲਗਾਈਆਂ ਨੇ ਉਹਨਾਂ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਸਮਝਾਏ ਹੋਏ ਨੇ। ਇਹ ਸਾਰੇ ਜਿਹੜੇ ਜਿੰਨੇ ਵੀ ਅਸਮਰੱਥਾ ਨੇਗੇ, ਜਿੰਨੇ ਵੀ ਡਿਸਆਰਡਰ ਨੇ, ਇਹ ਸਾਰੇ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਕਰਵਾਏ ਹੋਏ ਨੇ, ਤਾਂ ਤੁਸੀਂ ਉੱਥੇ ਵੀਡੀਓ ਦੇਖ ਸਕਦੇ ਹੋ। ਠੀਕ ਹੈ ਜੀ। ਇੱਥੇ ਸਰੀਰਕ ਤਾਲਮੇਲ ਦਾ ਆਨਸਰ ਆਊਗਾ ਡਿਸਪ੍ਰੈਕਸੀਆ। ਠੀਕ ਹੈ ਜੀ। ਇਸ ਤਰ੍ਹਾਂ ਇੰਗਲਿਸ਼ ਦੇ ਵਿੱਚ ਇਹਨੂੰ ਲਿਖਿਆ ਜਾ ਸਕਦਾ ਡਿਸਪ੍ਰੈਕਸੀਆ। ਤਾਂ ਮੈਂ ਇੱਥੇ ਪੀ ਸ਼ਬਦ ਚੱਕਿਆ ਸੀ, ਬੱਚਿਆਂ ਨੂੰ ਟ੍ਰਿਕ ਦੇ ਤੌਰ 'ਤੇ ਸਮਝਾਇਆ ਸੀ। ਪੀ ਦਾ ਮਤਲਬ ਹੁੰਦਾ ਫਿਜ਼ੀਕਲ। ਠੀਕ ਹੈ ਜੀ। ਫਿਜ਼ੀਕਲ ਆ ਗਿਆ ਤਾਂ ਮਤਲਬ ਸਰੀਰਕ ਤਾਲਮੇਲ ਦੀ ਗੱਲ ਹੋ ਰਹੀ ਹੈ। ਇਹ ਟ੍ਰਿਕ ਦੱਸੀ ਸੀ ਬੱਚਿਆਂ ਨੂੰ ਚੰਗੀ ਤਰ੍ਹਾਂ। ਤੇ ਹਾਂਜੀ, ਦੂਸਰਾ ਇੱਥੇ ਤੀਸਰਾ ਪ੍ਰਸ਼ਨ ਹੈ ਆਪਣਾ ਵੀ ਪ੍ਰਾਥਮਿਕ ਸਤਰ ਤੇ ਕਵਿਤਾ ਸਿੱਖਣ ਉਪਯੋਗੀ ਨਹੀਂ। ਠੀਕ ਹੈ ਜੀ। ਪ੍ਰਾਥਮਿਕ ਸਤਰ ਤੁਸੀਂ ਸਾਨੂੰ ਵੀ ਪ੍ਰਾਥਮਿਕ ਹੁੰਦਾ ਸਟਾਰਟਿੰਗ। ਠੀਕ ਹੈ ਵੀ ਪ੍ਰਾਥਮਿਕ ਹੁੰਦਾ ਪਹਿਲਾ, ਜਦੋਂ ਬੱਚਾ ਸਟਾਰਟਿੰਗ ਦੇ ਵਿੱਚ ਹੁੰਦਾ, ਫਸਟ ਕਲਾਸ ਹੁੰਦੇ, ਸੈਕੰਡ ਕਲਾਸ ਹੁੰਦੀਆਂ ਨੇ। ਠੀਕ ਹੈ। ਪ੍ਰਾਇਮਰੀ ਪੱਧਰ ਆਪਾਂ ਕਹਿ ਸਕਦੇ ਹਾਂ ਇਸ ਨੂੰ। ਠੀਕ ਹੈ ਵੀ ਉਸ ਦੇ ਵਿੱਚ ਕਵਿਤਾ ਸਿੱਖਣ ਉਪਯੋਗੀ ਨਹੀਂ ਹੁੰਦੀ। ਕਦੋਂ? ਜਿਸ ਨੂੰ ਵਿਦਿਆਰਥੀ ਆਸਾਨੀ ਨਾਲ ਸਮਝ ਸਕੇ। ਠੀਕ ਹੈ। ਉਹ ਕਵਿਤਾ ਦੇਖੋ ਉਪਯੋਗੀ ਨਹੀਂ ਹੋ ਸਕਦੀ ਜਿਸ ਨੂੰ ਆਸਾਨੀ ਨਾਲ ਸਮਝ ਸਕਣ। ਪਹਿਲੀ ਆਪਸ਼ਨ ਹੈ ਜੀ। ਦੂਸਰੀ ਆਪਸ਼ਨ ਹੈ ਇੱਥੇ ਵੀ ਜਿਹੜੀ ਕਵਿਤਾ ਸਿਰਜਣਸ਼ੀਲਤਾ ਨੂੰ ਵਧਾਵੇ। ਠੀਕ ਹੈ। ਤੀਸਰੀ ਆਪਸ਼ਨ ਹੈ ਇੱਥੇ ਜੋ ਕਵਿਤਾ ਅੰਤਰਰਾਸ਼ਟਰੀ ਪੱਧਰ ਦੀਆਂ ਹੋਣ। ਤੇ ਚੌਥੀ ਆਪਸ਼ਨ ਹੈ ਜਿਸ ਵਿੱਚ ਨੀਤੀ, ਵੀਰਤਾ ਤੇ ਦੇਸ਼ ਭਗਤੀ ਭਾਵਨਾ ਹੋਵੇ। ਇਹ ਚਾਰ ਆਪਸ਼ਨਾਂ ਨੇ। ਹੁਣ ਇੱਥੇ ਤੁਸੀਂ ਦੇਖਣਾ ਵੀ ਇਹ ਜੀ ਕਿਹੜੀ ਮਤਲਬ ਕਿ ਆਪਸ਼ਨ ਹੈ ਜਿਸ ਨਾਲ ਮੇਰੀ ਕਵਿਤਾ ਸਿੱਖਣ ਉਪਯੋਗੀ ਨਹੀਂ ਹੁੰਦੀ। ਇੱਥੇ ਨਹੀਂ ਤੁਸੀਂ ਯੂਜ਼ ਕਰਨਾ ਹੈ। ਦੇਖੋ ਪਹਿਲੀ ਆਪਸ਼ਨ ਹੈ ਜਿਸ ਨੂੰ ਵਿਦਿਆਰਥੀ ਆਸਾਨੀ ਨਾਲ ਸਮਝ, ਦੇਖੋ ਤਾਂ ਉਪਯੋਗੀ ਹੋਊਗੀ। ਜਿਹੜੀ ਕਵਿਤਾ ਨੂੰ ਵਿਦਿਆਰਥੀ ਆਸਾਨੀ ਨਾਲ ਸਮਝ ਪਾ ਰਹੇ ਨੇ ਉਹ ਤਾਂ ਸਾਡੇ ਲਈ ਉਪਯੋਗੀ ਹੋਊਗੀ। ਦੂਸਰੀ ਹੈ ਜਿਹੜੀ ਕਵਿਤਾ ਸਿਰਜਣਸ਼ੀਲਤਾ ਨੂੰ ਵਧਾਵੇ, ਬਿਲਕੁਲ ਉਹ ਵੀ ਸਾਡੇ ਵਾਸਤੇ ਉਪਯੋਗੀ ਹੋਊਗੀ। ਜਿਹੜੀ ਸਾਡੇ 'ਚ ਸਿਰਜਣਸ਼ੀਲਤਾ ਪੈਦਾ ਕਰੇ, ਠੀਕ ਹੈ, ਕ੍ਰੀਏਟੀਵਿਟੀ ਨੂੰ ਪੈਦਾ ਕਰੇ, ਤਾਂ ਓਬਵੀਅਸਲੀ ਉਹ ਸਾਡੇ ਵਿੱਚ ਕੀ ਕਰੂਗੀ, ਮਤਲਬ ਕਿ ਉਪਯੋਗੀ ਹੋਊਗੀ ਸਾਡੇ ਵਾਸਤੇ। ਇੱਥੇ ਤੀਸਰੀ ਆਪਸ਼ਨ ਛੱਡ ਦਿਓ, ਚੌਥੀ ਚੈੱਕ ਕਰੋ ਜਿਸ ਵਿੱਚ ਨੀਤੀ, ਵੀਰਤਾ ਤੇ ਦੇਸ਼ ਭਗਤੀ ਭਾਵਨਾਵਾਂ ਹੋਵੇ। ਠੀਕ ਹੈ। ਉਹ ਕਵਿਤਾ ਵੀ ਸਾਡੇ ਵਾਸਤੇ ਕੀ ਹੁੰਦੀ ਆ, ਬੈਨੀਫਿਟ ਹੁੰਦੀ ਆ। ਠੀਕ ਹੈ। ਉਪਯੋਗੀ ਹੁੰਦੀ ਆ ਉਹ ਸਾਡੇ ਵਾਸਤੇ, ਕਿਉਂਕਿ ਉਹਦੇ ਵਿੱਚ ਜਦੋਂ ਸਾਨੂੰ ਅਸਲ ਵਿੱਚ ਤੁਸੀਂ ਦੇਖੀ ਹੋਊਗਾ ਜਿੰਨੀਆਂ ਵੀ ਕਵਿਤਾਵਾਂ ਹੁੰਦੀਆਂ ਨੇ ਉਹਦੇ ਵਿੱਚ ਵੀਰਤਾ ਜਾਂ ਦੇਸ਼ ਭਗਤੀ, ਕੋਈ ਨੀਤੀ, ਠੀਕ ਹੈ, ਇੰਨੀਆਂ ਗੱਲਾਂ ਆਪਾਂ ਨੂੰ ਸਮਝਾਈਆਂ ਜਾਂਦੀਆਂ ਨੇ ਉਹਨਾਂ ਕਵਿਤਾਵਾਂ ਦੇ ਵਿੱਚ। ਤਾਂ ਇੱਥੇ ਜਿਹੜਾ ਮਤਲਬ ਕਹਿੰਦੇ ਨਹੀਂ ਉਪਯੋਗੀ ਉਹ ਹੋਊਗੀ ਜੋ ਕਵਿਤਾਵਾਂ ਅੰਤਰਰਾਸ਼ਟਰੀ ਪੱਧਰ ਦੀਆਂ ਹੋਣ। ਠੀਕ ਹੈ ਜੀ। ਅੰਤਰਰਾਸ਼ਟਰੀ ਪੱਧਰ ਦੇ ਦੇਖੋ ਖਬਰਾਂ ਹੁੰਦੀਆਂ ਨੇ, ਅੰਤਰਰਾਸ਼ਟਰੀ ਪੱਧਰ ਦੇ ਹੋਰ ਚੀਜ਼ਾਂ ਹੋ ਸਕਦੀਆਂ, ਪਰ ਕਵਿਤਾਵਾਂ ਜਿਹੜੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਹੁੰਦੀਆਂ ਨੇ ਉਹ ਪ੍ਰਾਥਮਿਕ ਸਤਰ ਤੇ। ਠੀਕ ਹੈ। ਇੱਥੇ ਪ੍ਰਾਥਮਿਕ ਸਤਰ ਦੀ ਗੱਲ ਹੋ ਰਹੀ ਆ, ਤਾਂ ਪ੍ਰਾਥਮਿਕ ਸਤਰ ਤੇ ਅੰਤਰਰਾਸ਼ਟਰੀ ਕਵਿਤਾਵਾਂ ਬੱਚਿਆਂ ਵਾਸਤੇ ਉਪਯੋਗੀ ਨਹੀਂ ਹੁੰਦੀਆਂ। ਤਾਂ ਇਹਦਾ ਆਪਸ਼ਨ ਤੀਸਰਾ ਰਾਈਟ ਹੋਊਗਾ ਜੀ। ਹਾਂਜੀ। ਡੈਸ਼ ਮਹੀਨੇ ਦੀ ਉਮਰ ਦੇ ਵਿੱਚ ਵੱਧ ਤੋਂ ਵੱਧ ਬੱਚੇ ਸ਼ਬਦਾਂ ਨੂੰ ਮਿਲਾ ਕੇ ਛੋਟੇ ਛੋਟੇ ਵਾਕਾਂ ਵਿੱਚ ਬੋਲਣਾ ਸ਼ੁਰੂ ਕਰ ਦਿੰਦੇ ਨੇ। ਹਾਂਜੀ। ਤੁਸੀਂ ਇੱਥੇ ਮਹੀਨੇ ਦੱਸਣੇ ਆ। ਠੀਕ ਹੈ। ਸਾਲ ਦੀ ਗੱਲ ਨਹੀਂ ਹੋ ਰਹੀ, ਮਹੀਨਿਆਂ ਦੀ ਗੱਲ ਹੋ ਰਹੀ ਆ। ਤਾਂ ਤੁਸੀਂ ਇੱਥੇ ਦੇਖੋ ਮਹੀਨੇ ਲਿਖੇ ਹੋਏ ਆ। ਤਾਂ ਕਈ ਬੱਚੇ ਇੱਥੇ ਪੜ੍ਹਨ ਦੇ ਵਿੱਚ, ਠੀਕ ਹੈ, ਜਲਦਬਾਜ਼ੀ ਕਰ ਜਾਂਦੇ ਆ, ਮਹੀਨੇ ਦੀ ਜਗ੍ਹਾ ਇੱਥੇ ਸਾਲ ਪੜ੍ਹ ਲੈਂਦੇ ਆ। ਤਾਂ ਹਮੇਸ਼ਾ ਕੁਐਸਚਨ ਨੂੰ ਕੀ ਆ, ਧਿਆਨ ਨਾਲ ਪੜ੍ਹਨਾ ਹੁੰਦਾ, ਧਿਆਨ ਨਾਲ ਸਮਝਣਾ ਹੁੰਦਾ ਵੀ ਕੁਐਸਚਨ ਦੇ ਵਿੱਚ ਜਿਹੜਾ ਐਗਜ਼ਾਮੀਨਰ ਹੈ ਕੀ ਪੁੱਛ ਰਿਹਾ। ਠੀਕ ਹੈ। ਕਈ ਬੱਚੇ ਕੀ ਹੁੰਦੇ ਆ ਜਿੱਥੇ ਕਿਸੇ ਕੁਐਸਚਨ ਦੇ ਵਿੱਚ ਨਹੀਂ ਸ਼ਬਦ ਲਿਖਿਆ ਹੁੰਦਾ ਉਸ ਨੂੰ ਸਕਿਪ ਕਰ ਦਿੰਦੇ ਆ। ਤਾਂ ਠੀਕ ਹੈ, ਇਹ ਕੁਐਸਚਨ ਜਿਵੇਂ ਉੱਪਰਲਾ ਇਹ ਕੁਐਸਚਨ ਸੀਗਾ, ਇਹਦੇ ਵਿੱਚ ਨਹੀਂ ਜਿਹੜੇ ਬੱਚੇ ਨੇ ਪੜ੍ਹ ਲਿਆ ਉਹ ਤਾਂ ਸਹੀ ਆਨਸਰ ਲਗਾ ਦੇਗਾ। ਠੀਕ ਹੈ। ਜਿਹਨੇ ਨਹੀਂ ਸ਼ਬਦ ਨਹੀਂ ਪੜ੍ਹਿਆ ਉੱਥੇ ਉਹ ਕੀ ਹੋਊਗਾ, ਰੋਂਗ ਆਨਸਰ ਲਗਾਊਗਾ ਉਸਦਾ। ਠੀਕ ਹੈ ਜੀ। ਹਾਂਜੀ। ਇੱਥੇ ਦੇਖੋ ਇਹ ਕੀ ਗੱਲ ਹੋ ਰਹੀ ਵੀ ਕਿਹੜੇ ਮਹੀਨਿਆਂ ਦੇ ਵਿੱਚ ਦੌਰਾਨ ਬੱਚਾ ਜਿਹੜਾ ਛੋਟੇ ਛੋਟੇ ਸ਼ਬਦਾਂ ਨੂੰ ਮਿਲਾ ਕੇ, ਠੀਕ ਹੈ, ਵਾਕ ਬਣਾਉਣ, ਬੋਲਣਾ। ਠੀਕ ਹੈ। ਇੱਥੇ ਬੋਲਣ ਦੀ ਗੱਲ ਹੋ ਰਹੀ ਆ। ਤਾਂ ਦੇਖੋ ਇੱਥੇ ਆਪਸ਼ਨਾਂ ਨੇ ਵੀ 12 ਤੋਂ 18 ਮਹੀਨੇ ਦਾ ਬੱਚਾ, 18 ਤੋਂ 24 ਸਾਲ ਦਾ, 18 ਤੋਂ 24 ਮਹੀਨੇ ਦਾ, 24 ਤੋਂ 30 ਮੰਥ ਦਾ, ਤੇ 30 ਤੋਂ 36 ਮਹੀਨੇ ਮੰਥ ਦਾ। ਠੀਕ ਹੈ। ਤਾਂ ਇੱਥੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਵੀ ਦੇਖੋ ਕਿੰਨੇ ਮਹੀਨੇ ਤੱਕ ਦਾ ਬੱਚਾ ਜਿਹੜਾ ਵੀ ਸਹੀ ਸ਼ਬਦਾਂ ਨੂੰ ਜੋੜ ਕੇ ਵਾਕਾਂ ਵਿੱਚ ਵਰਤ ਸਕਦਾ ਹੈ। ਠੀਕ ਹੈ, ਬੋਲ ਸਕਦਾ ਹੈ। ਠੀਕ ਹੈ। ਤਾਂ ਇਹਦਾ ਰਾਈਟ ਆਨਸਰ ਆਊਗਾ 18 ਤੋਂ 24 ਮਹੀਨੇ। ਠੀਕ ਹੈ। ਮੇਰੀ ਵੀ ਬੋਲਣ ਦੇ ਵਿੱਚ ਕਮੀ ਰਹੇ ਕਿਉਂਕਿ ਆਪਾਂ ਓਬਵੀਅਸਲੀ ਜ਼ਿਆਦਾਤਰ, ਤਾਂ ਹੀ ਮੈਂ ਤੁਹਾਨੂੰ ਕਿਹਾ ਵੀ ਪ੍ਰਸ਼ਨ ਤੁਸੀਂ ਧਿਆਨ ਨਾਲ ਪੜ੍ਹਨਾ, ਧਿਆਨ ਨਾਲ ਉੱਥੇ ਕਰਨਾ ਹੱਲ। ਠੀਕ ਹੈ। ਆਪਾਂ ਮਹੀਨੇ ਦੀ ਜਗ੍ਹਾ ਕਈ ਵਾਰੀ ਸਾਲ, ਜਿਵੇਂ ਮੈਂ ਹੁਣ ਬੋਲਣ ਦੇ ਵਿੱਚ ਸਾਲ ਬੋਲਿਆ ਗਿਆ ਸੀ, ਤਾਂ ਕਈ ਵਾਰੀ ਆਪਾਂ ਨੂੰ ਹੱਲ ਕਰਨ ਦੇ ਵੇਲੇ ਵੀ ਇਹ ਚੀਜ਼ਾਂ ਦਿਮਾਗ ਵਿੱਚ, ਤਾਂ ਤੁਸੀਂ ਉੱਥੇ ਬਹੁਤ ਧਿਆਨ ਨਾਲ ਕਰਨਾ। ਠੀਕ ਹੈ। ਮਹੀਨੇ ਚਾਹੇ ਤੁਸੀਂ ਉੱਪਰ ਵੀ ਵੱਡੇ ਅੱਖਰਾਂ ਦੇ ਵਿੱਚ ਲਿਖ ਲਿਓ, ਛੋਟੇ ਵੀ ਇੱਥੇ ਮਹੀਨਿਆਂ ਦੀ ਗੱਲ ਹੋ ਰਹੀ ਹੈ, ਅਤੇ ਤੁਸੀਂ ਉੱਥੇ ਆਪਸ਼ਨ ਸਹੀ ਦੇਖ ਕੇ ਚੈੱਕ ਕਰਕੇ ਆਨਸਰ ਲਗਾ ਸਕੋ। 18 ਤੋਂ 24 ਮੰਥ ਦਾ ਬੱਚਾ ਜਿਹੜਾ ਉਹ ਸ਼ਬਦਾਂ ਨੂੰ ਮਿਲਾ ਕੇ ਛੋਟੇ ਛੋਟੇ ਵਾਕਾਂ ਵਿੱਚ ਬੋਲਣਾ ਸ਼ੁਰੂ ਕਰ ਦਿੰਦਾ ਹੈ। ਠੀਕ ਹੈ ਜੀ। ਅਗਲਾ ਕੁਐਸਚਨ ਹੈ
ਵੀ ਮੁਫਤ। ਇਹ ਕੁਐਸਚਨ ਵੈਰੀ ਇੰਪੋਰਟੈਂਟ ਹੈ, ਧਿਆਨ ਦੇ ਵਿੱਚ ਰੱਖਣਾ। ਇਸ ਨੂੰ ਤੁਹਾਡੀ ਪੈਡਾਗੋਜੀ ਤੋਂ ਇਲਾਵਾ ਤੁਹਾਡੇ ਜਿਹੜੇ CDP ਹੈ ਯਾਨੀ ਕਿ ਸਾਈਕੋਲੋਜੀ ਦਾ ਸਬਜੈਕਟ ਆ ਉਸ ਦੇ ਵਿੱਚ ਵੀ ਇਹ ਪੁੱਛਿਆ ਜਾ ਸਕਦਾ ਹੈ। ਠੀਕ ਹੈ, ਇੰਪੋਰਟੈਂਟ ਕੁਐਸਚਨ ਹੈ, ਧਿਆਨ ਨਾਲ ਸਮਝਣਾ। ਵੀ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਅਧਿਨਿਯਮ 2009 ਅਪਾਹਿਜ ਬੱਚਿਆਂ ਦੇ ਅਧਿਕਾਰਾਂ ਨੂੰ ਨਿਸ਼ਚਿਤ ਕਰਦਾ ਹੈ। ਠੀਕ ਹੈ, ਵੀ ਬੱਚਿਆਂ ਨੂੰ ਦੇਖੋ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਦੀ ਗੱਲ ਹੋ ਰਹੀ ਹੈ, ਜੋ ਕਿ ਐਕਟ ਆਇਆ ਸੀ 2009 ਦੇ ਵਿੱਚ। ਇੱਥੇ ਅਪਾਹਿਜ ਬੱਚਿਆਂ ਦੀ ਗੱਲ ਹੋ ਰਹੀ ਹੈ। ਠੀਕ ਹੈ, ਇਸ ਚੀਜ਼ ਦਾ ਧਿਆਨ ਨਾਲ ਪੜ੍ਹਨਾ ਤੁਸੀਂ। ਅਪਾਹਿਜ ਦੇਖੋ ਹਰ ਇੱਕ ਕੁਐਸਚਨ ਦੇ ਵਿੱਚ ਇਹੀ ਹੁੰਦਾ ਵੀ ਤੁਸੀਂ ਕੁਐਸਚਨ ਨੂੰ ਧਿਆਨ ਨਾਲ ਪੜ੍ਹਨਾ ਤੇ ਸਮਝਣਾ ਹੁੰਦਾ ਹੈ। ਜੇ ਇੱਥੇ ਅਪਾਹਿਜ ਬੱਚੇ ਨਾ ਲਿਖਿਆ ਹੁੰਦਾ, ਸਧਾਰਨ ਬੱਚੇ ਲਿਖਿਆ ਹੁੰਦਾ ਤਾਂ ਉਸ ਦਾ ਮੀਨਿੰਗ ਹੋਰ ਹੋ ਜਾਣਾ ਸੀ, ਪਰ ਇੱਥੇ ਕੀ ਪੁੱਛਿਆ ਉਹਨੇ? ਅਪਾਹਿਜ ਬੱਚੇ। ਤਾਂ ਇੱਥੇ ਆਪਸ਼ਨ ਚੈੱਕ ਕਰਨੇ ਵੀ ਦੇਖੋ ਮੁਫਤ ਤੇ ਲਾਜ਼ਮੀ ਸਿੱਖਿਆ ਅਪਾਹਿਜ ਬੱਚਿਆਂ ਲਈ ਕਿੰਨੇ ਤੋਂ ਕਿੰਨੇ ਸਾਲ ਤੱਕ ਨਿਸ਼ਚਿਤ ਕੀਤੀ ਗਈ ਹੈ। ਤਾਂ ਇੱਥੇ ਆਪਸ਼ਨ ਨੇ 6 ਤੋਂ ਲੈ ਕੇ 18 ਸਾਲ ਤੱਕ, ਦੂਜੀ ਆਪਸ਼ਨ ਹੈ 3 ਤੋਂ ਲੈ ਕੇ 18 ਸਾਲ ਤੱਕ, ਤੀਸਰੀ ਆਪਸ਼ਨ ਹੈ 6 ਤੋਂ 14 ਸਾਲ ਤੱਕ ਤੇ ਚੌਥੀ ਆਪਸ਼ਨ ਹੈ 6 ਤੋਂ 22 ਸਾਲ ਤੱਕ। ਠੀਕ ਹੈ ਜੀ, ਜਿਨ੍ਹਾਂ ਨੇ ਇਹ ਐਕਟ ਪੜ੍ਹਿਆ ਹੋਇਆ ਜਾਂ ਜਿਨ੍ਹਾਂ ਨੂੰ ਥੋੜੀ ਮੋਟੀ ਜਾਣਕਾਰੀ ਹੈ ਉਹ ਤਾਂ ਇਹਦਾ ਆਨਸਰ ਹੈ ਜਿਹੜਾ ਬਿਲਕੁਲ ਸਹੀ ਲਗਾ ਹੀ ਦੇਣਗੇ। ਠੀਕ ਹੈ, ਤਾਂ ਕਈ ਬੱਚੇ ਇੱਥੇ ਦੇਖੋ ਆਹ ਚੀਜ਼ ਨੂੰ ਨਹੀਂ ਪੜ੍ਹ ਪਾਏ ਤਾਂ ਰੌਂਗ ਲਗਾਉਣਗੇ। ਉਹਨਾਂ ਨੂੰ ਇਹ ਤਾਂ ਪਤਾ ਹੁੰਦਾ ਵੀ ਹਾਂਜੀ ਫ੍ਰੀ ਅਤੇ ਕੰਪਲਸਰੀ ਐਜੂਕੇਸ਼ਨ 2009 ਦਾ ਐਕਟ ਆਇਆ ਸੀ, ਉਹ 6 ਤੋਂ 14 ਸਾਲ ਤੱਕ ਦੇ ਬੱਚਿਆਂ ਵਾਸਤੇ ਆਇਆ ਸੀ, ਇਹ ਸਾਰਿਆਂ ਨੇ ਪੜ੍ਹਿਆ ਹੋਇਆ। ਪਰ ਇੱਥੇ ਗੱਲ ਹੋ ਰਹੀ ਆ ਅਪਾਹਿਜ ਬੱਚਿਆਂ ਦੀ, ਤਾਂ ਅਪਾਹਿਜ ਬੱਚਿਆਂ ਵਾਸਤੇ ਇਹ ਉਮਰ ਹੈਗੀ 6 ਤੋਂ 18 ਸਾਲ ਤੱਕ। ਠੀਕ ਹੈ ਜੀ, 6 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ, ਠੀਕ ਹੈ, ਜਿਹੜੇ ਅਪਾਹਿਜ ਨੇ। ਠੀਕ ਹੈ, ਸਧਾਰਨ ਵਾਸਤੇ ਤਾਂ ਤੁਹਾਨੂੰ ਪਤਾ ਹੈ ਵੀ 6 ਤੋਂ 14 ਸਾਲ, ਪਰ ਇੱਥੇ ਅਪਾਹਿਜ ਦੀ ਗੱਲ ਹੋ ਰਹੀ ਹੈ। ਅਪਾਹਿਜ ਹਮੇਸ਼ਾ 6 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਦੀ ਗੱਲ ਕੀਤੀ ਹੈ 2009 ਦੇ ਐਕਟ ਦੇ ਵਿੱਚ। ਠੀਕ ਹੈ ਜੀ, ਇਸ ਤੋਂ ਬਾਅਦ 6ਵਾਂ ਕੁਐਸਚਨ ਆਪਣਾ ਵੀ ਪੜ੍ਹਨਾ ਮੁਦਰਾ ਕੀ ਹੈ। ਠੀਕ ਹੈ ਜੀ, ਇੱਥੇ ਦੇਖੋ ਪੜ੍ਹਨਾ ਮੁਦਰਾ ਸਮਝ ਸਕਦੇ ਹੋ ਵੀ ਮੁਦਰਾ ਕੀ ਹੁੰਦੀ ਹੈ? ਇੱਕ ਸਥਿਤੀ ਹੁੰਦੀ ਹੈ, ਇੱਕ ਸਿਚੁਏਸ਼ਨ ਹੁੰਦੀ ਹੈ। ਠੀਕ ਹੈ, ਸਥਿਤੀ ਨੂੰ ਆਪਾਂ ਕਹਿ ਸਕਦੇ ਹਾਂ ਵੀ ਕਦੋਂ ਸਹੀ ਹੁੰਦੀ ਹੈ। ਚੁੱਪਚਾਪ ਪੜ੍ਹਨਾ ਨੂੰ ਆਪਾਂ ਪੜ੍ਹਨਾ ਮੁਦਰਾ ਕਹਾਂਗੇ ਵੀ ਹਾਂ ਬਿਲਕੁਲ ਮੌਨ ਪੜ੍ਹ ਰਹੇ ਹੋ ਤੁਸੀਂ। ਦੂਸਰੀ ਆਪਸ਼ਨ ਹੈ ਵੀ ਹੱਸ ਕੇ ਪੜ੍ਹਨਾ। ਤੀਸਰੀ ਆਪਸ਼ਨ ਹੈ ਵੀ ਪੜ੍ਹਦੇ ਧਿਆਨ ਲਗਾਉਣਾ। ਠੀਕ ਹੈ, ਆਪਸ਼ਨ 4 ਹੈ ਪੜ੍ਹਦੇ ਅੱਖਾਂ ਅਤੇ ਹੋਰ ਅੰਗਾਂ ਦਾ ਸਹੀ ਸੰਚਾਲਨ। ਠੀਕ ਹੈ, ਜਿਹੜੇ ਬੱਚੇ ਦੇਖੋ ਸਮਝ ਰਿਹਾ ਨਾਲ ਦੀ ਦੇਖੋ ਇੱਥੇ ਪੜ੍ਹਨ ਮੁਦਰਾ ਦੀ ਗੱਲ ਹੋ ਰਹੀ ਹੈ। ਜਦੋਂ ਤੁਸੀਂ ਮਤਲਬ ਪੜ੍ਹ ਰਹੇ ਹੋ ਤਾਂ ਤੁਸੀਂ ਕਿਵੇਂ ਪੜ੍ਹ ਰਹੇ ਹੋ? ਠੀਕ ਹੈ, ਤੁਹਾਡੀ ਮੁਦਰਾ ਸਥਿਤੀ ਕਿਵੇਂ ਦੀ ਆ, ਕਿਵੇਂ ਦੀ ਤੁਸੀਂ ਵੀ ਉੱਚੀ ਚੁੱਪਚਾਪ ਪੜ੍ਹ ਰਹੇ ਹੋ, ਹੱਸ ਕੇ ਪੜ੍ਹ ਰਹੇ ਹੋ ਜਾਂ ਫਿਰ ਧਿਆਨ ਲਗਾ ਰਹੇ ਹੋ ਪੜ੍ਹਦੇ। ਦੇਖੋ ਇੱਥੇ ਰਾਈਟ ਆਨਸਰ ਤੁਸੀਂ ਡੀ ਲਗਾਉਣਾ, ਕਿਉਂਕਿ ਪੜ੍ਹਦੇ ਸਮੇਂ ਆਪਾਂ ਆਪਣੇ ਸਾਰੇ ਅੰਗਾਂ ਨੂੰ ਸਹੀ ਉਹਨਾਂ ਦਾ ਸੰਚਾਲਨ ਕਰਨਾ ਹੈ। ਅੱਖਾਂ ਨੂੰ ਕਿਸ ਤਰ੍ਹਾਂ ਆਪਾਂ ਯੂਜ਼ ਕਰ ਰਹੇ ਹਾਂ, ਹੋਰ ਅੰਗਾਂ ਨੂੰ ਕਿਸ ਤਰ੍ਹਾਂ ਪ੍ਰਯੋਗ ਦੇ ਵਿੱਚ ਲਿਆ ਰਹੇ ਹਾਂ, ਇਹਨਾਂ ਦਾ ਸਹੀ ਸੰਚਾਲਨ ਹੀ ਪੜ੍ਹਨ ਦੀ ਸਹੀ ਮੁਦਰਾ ਹੁੰਦੀ ਹੈ। ਠੀਕ ਹੈ ਜੀ, ਤਾਂ ਸਾਰੇ ਅੰਗਾਂ ਦਾ ਆਪਾਂ ਉਸ ਟਾਈਮ ਧਿਆਨ ਰੱਖਣਾ ਹੁੰਦਾ ਜਦੋਂ ਵੀ ਆਪਾਂ ਕੀ ਕਰ ਰਹੇ ਹਾਂ, ਪੜ੍ਹਨ ਮੁਦਰਾ ਜਾਂ ਪੜ੍ਹ ਰਹੇ ਹਾਂ ਸਹੀ ਸਥਿਤੀ ਦੇ ਵਿੱਚ। ਇੱਕ ਅਗਲਾ ਕੁਐਸਚਨ ਹੈ 7ਵਾਂ ਆਪਣਾ, ਇੱਕ ਕੁਸ਼ਲ ਅਧਿਆਪਕ ਆਪਣੀ ਸਿੱਖਿਆ ਨੂੰ ਅਨੁਕੂਲ ਬਣਾਉਂਦਾ ਹੈ। ਠੀਕ ਹੈ ਜੀ, ਇੱਕ ਕੁਸ਼ਲ ਅਧਿਆਪਕ ਦੀ ਜਗ੍ਹਾ ਇੱਥੇ ਚੰਗਾ ਅਧਿਆਪਕ ਵੀ ਲਿਖਿਆ ਹੋ ਸਕਦਾ, ਇੱਕ ਵਧੀਆ ਅਧਿਆਪਕ ਆਪਸ਼ਨ ਲਿਖਿਆ ਹੋ ਸਕਦਾ। ਠੀਕ ਹੈ, ਕੁਛ ਵੀ ਲਿਖ ਸਕਦਾ, ਪਰ ਇੱਕ ਅਧਿਆਪਕ ਦੀ ਗੱਲ ਹੋ ਰਹੀ ਆ, ਇੱਕ ਚੰਗਾ ਅਧਿਆਪਕ, ਇੱਕ ਕੁਸ਼ਲ ਅਧਿਆਪਕ। ਠੀਕ ਹੈ, ਐਜੂਕੇਸ਼ਨ, ਠੀਕ ਯਾਨੀ ਕਿ ਸਿੱਖਿਆ ਨੂੰ ਤੁਹਾਡੇ ਅਨੁਕੂਲ ਕਿਵੇਂ ਬਣਾਊਗਾ ਵੀ ਇਸ ਨਾਲ ਵੱਧ ਤੋਂ ਵੱਧ ਫਾਇਦਾ ਹੋਵੇ ਵਿਦਿਆਰਥੀਆਂ ਦਾ, ਵੀ ਵਿਦਿਆਰਥੀਆਂ ਨੂੰ ਕੰਫਰਟੇਬਲ ਫੀਲ ਕਰਾਇਆ ਜਾ ਸਕੇ। ਇਹਦੇ ਵਿੱਚ ਆਪਸ਼ਨ ਨੇ ਵੀ ਹੁਸ਼ਿਆਰ ਵਿਦਿਆਰਥੀਆਂ ਦੀ ਜ਼ਰੂਰਤ ਦੇ ਅਕੋਰਡਿੰਗ ਉਹਨਾਂ ਨੂੰ ਅਨੁਕੂਲ ਬਣਾਊਗਾ, ਅਤੇ ਦੂਸਰੀ ਆਪਸ਼ਨ ਹੈ ਵੀ ਪ੍ਰੀਖਿਆ ਸੰਬੰਧੀ ਜ਼ਰੂਰਤਾਂ ਦੇ ਅਨੁਸਾਰ। ਅਗਲੀ ਆਪਸ਼ਨ ਹੈ ਵੀ ਬੱਚਿਆਂ ਦੀਆਂ ਮਾਨਸਿਕ ਜ਼ਰੂਰਤਾਂ ਦੇ ਅਨੁਸਾਰ। ਅਤੇ ਬਿੰਦੀਆਂ ਲਗਾਉਂਦੇ, ਹਾਂ ਠੀਕ ਹੈ ਜੀ। ਅਗਲਾ ਆਪਸ਼ਨ ਹੈ ਵੀ ਸਧਾਰਨ ਬੱਚਿਆਂ ਦੀਆਂ ਜ਼ਰੂਰਤਾਂ ਦੇ ਅਨੁਸਾਰ। ਠੀਕ ਹੈ, ਹੁਣ ਦੇਖੋ ਆਪਸ਼ਨ ਤੁਹਾਨੂੰ ਸਾਰੇ ਸੇਮ ਜੇ ਲੱਗ ਰਹੇ ਹੋਣਗੇ, ਬਸ ਇੱਕ ਦੋ ਸ਼ਬਦਾਂ ਦਾ ਫਰਕ ਹੈ। ਦੇਖੋ ਇੱਕ ਅਧਿਆਪਕ ਕੁਸ਼ਲ ਕਿਹੜਾ ਹੋ ਸਕਦਾ ਵੀ ਜਿਹੜਾ ਸਾਰੇ ਬੱਚਿਆਂ ਦਾ ਧਿਆਨ ਰੱਖੇ। ਹੁਣ ਇੱਥੇ ਸਿਰਫ ਇੱਥੇ ਲਿਖਿਆ ਹੁਸ਼ਿਆਰ ਬੱਚਿਆਂ ਦੀ ਜ਼ਰੂਰਤਾਂ, ਇਹ ਤਾਂ ਫਿਰ ਗਲਤ ਹੋ ਜਾਊਗਾ, ਕਿਉਂਕਿ ਕਲਾਸ ਦੇ ਵਿੱਚ ਜੇ ਇੱਕ ਅਧਿਆਪਕ ਸਿਰਫ ਹੁਸ਼ਿਆਰ ਬੱਚਿਆਂ ਜਿਹੜੇ ਇੰਟੈਲੀਜੈਂਟ ਸਮਾਰਟ ਬੱਚੇ ਆ ਜੇ ਸਿਰਫ ਉਹਨਾਂ ਵੱਲ ਧਿਆਨ ਦੇਊਗਾ ਤਾਂ ਬਾਕੀ ਜਿਹੜੇ ਸਧਾਰਨ ਬੱਚੇ ਆ ਅਤੇ ਬਾਕੀ ਜਿਹੜੇ ਹੋਰ ਬੱਚੇ ਆ ਕਈ ਕਲਾਸ ਦੇ ਵਿੱਚ ਉਹਨਾਂ ਦਾ ਕੀ ਬਣੂਗਾ, ਤਾਂ ਫਿਰ ਮਤਲਬ ਕਿ ਉਹ ਤਾਂ ਫਾਇਦੇਮੰਦ ਨਹੀਂ ਹੈਗੀ ਕਲਾਸ। ਠੀਕ ਹੈ, ਉਹ ਤਾਂ ਫਿਰ ਇੱਕ ਅਧਿਆਪਕ ਇੱਕ ਪੱਖੀ ਹੋ ਗਿਆ, ਸਾਰੇ ਪੱਖਾਂ ਦਾ ਤਾਂ ਬੱਚਿਆਂ ਨੂੰ ਧਿਆਨ ਨਹੀਂ ਦੇ ਰਿਹਾ ਉਹ। ਠੀਕ ਹੈ ਜੀ, ਤਾਂ ਇਹ ਤਾਂ ਰੌਂਗ ਹੈ। ਦੂਸਰਾ ਵੀ ਪ੍ਰੀਖਿਆ ਸੰਬੰਧੀ ਜ਼ਰੂਰਤਾਂ, ਸਿਰਫ ਪ੍ਰੀਖਿਆ ਸੰਬੰਧੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖੂਗਾ ਅਧਿਆਪਕ ਤਾਂ ਸਿੱਖਿਆ ਦੇ ਅਨੁਕੂਲ ਹੋ ਜੂ, ਬਿਲਕੁਲ ਵੀ ਨਹੀਂ। ਠੀਕ ਹੈ, ਇੱਥੇ ਆਪਸ਼ਨ ਰਾਈਟ ਆਊਗਾ ਸੀ ਆਪਸ਼ਨ, ਵੀ ਬੱਚਿਆਂ ਦੀਆਂ ਮਾਨਸਿਕ ਜ਼ਰੂਰਤਾਂ ਦੇ ਅਕੋਰਡਿੰਗ। ਠੀਕ ਹੈ, ਕਿਉਂਕਿ ਬੱਚਿਆਂ ਦੀਆਂ ਹਰ ਇੱਕ ਬੱਚਾ ਅਲੱਗ ਹੈ ਦੂਸਰੇ ਬੱਚੇ ਤੋਂ, ਉਹਨਾਂ ਦੇ ਇੰਡੀਵਿਜੂਅਲ ਡਿਫਰੈਂਸ ਨੂੰ, ਵਿਅਕਤੀਗਤ ਭਿੰਨਤਾਵਾਂ ਨੂੰ, ਉਹਨਾਂ ਦੀਆਂ ਮਾਨਸਿਕ ਜ਼ਰੂਰਤਾਵਾਂ ਨੂੰ ਧਿਆਨ ਦੇ ਵਿੱਚ ਰੱਖੂਗਾ ਇੱਕ ਅਧਿਆਪਕ ਜੇ ਉਹਨੇ ਕਲਾਸ ਦੇ ਅਕੋਰਡਿੰਗ ਸਿੱਖਿਆ ਦੇਣੀ ਹੈ। ਠੀਕ ਹੈ ਜੀ, ਅਗਲਾ ਆਪਣਾ
8ਵਾਂ ਕੁਐਸਚਨ ਵੀ ਬੱਚਾ ਵਾਤਾਵਰਨ ਤੋਂ ਭਾਸ਼ਾ ਸਿੱਖਦਾ ਹੈ, ਕਿਵੇਂ ਸਿੱਖਦਾ ਜੀ? ਪਹਿਲਾ ਬੋਲ ਕੇ, ਦੂਸਰੀ ਆਪਸ਼ਨ ਹੈ ਸੁਣ ਕੇ, ਤੇ ਤੀਸਰੀ ਆਪਸ਼ਨ ਹੈ ਅਨੁਭਵ ਦੁਆਰਾ, ਤੇ ਚੌਥੀ ਆਪਸ਼ਨ ਹੈ ਅਨੁਕਰਨ ਦੁਆਰਾ। ਇੱਥੇ ਕਈ ਬੱਚੇ ਦੇਖੋ ਜਿਨ੍ਹਾਂ ਨੂੰ ਪਤਾ ਵੀ ਬੋਲ ਕੇ ਸਿਰਫ ਕਿਹਦੇ ਅਕੋਰਡਿੰਗ ਪੁੱਛਿਆ, ਉਹ ਵਾਤਾਵਰਨ ਤੋਂ ਆਪਾਂ ਕੀ ਕਰਦੇ ਹਾਂ, ਅਨੁਕਰਨ ਦੁਆਰਾ ਸਿੱਖਦੇ, ਜਿਸ ਨੂੰ ਆਪਾਂ ਕਹਦੇ ਵੀ ਨਕਲ ਕਰਨਾ, ਹੈ ਨਾ, ਨਕਲ ਕਰਨਾ। ਹੁਣ ਆਪਾਂ ਹਰ ਇੱਕ ਚੀਜ਼ ਇਨਸਾਨ ਦੀ ਮਤਲਬ ਕਿ ਹੁੰਦਾ ਵੀ ਹਰ ਇੱਕ ਚੀਜ਼ ਦੂਸਰੇ ਤੋਂ ਦੇਖ ਕੇ ਸਿੱਖਦਾ। ਤੁਸੀਂ ਹੁਣ ਜਿਵੇਂ ਕੋਈ ਵੀ ਅਧਿਆਪਨ ਆ, ਠੀਕ ਹੈ, ਤੁਸੀਂ ਇਹ ਤਾਂ ਹੈ ਨਹੀਂ ਵੀ ਇੱਕਦਮ ਐਕਸਪਰਟ ਟੀਚਰ ਬਣ ਜਾਓਗੇ। ਤੁਸੀਂ ਦੇਖੋਗੇ ਵੀ ਹਾਂ ਤੁਸੀਂ ਚੰਗੇ ਗੁਣ ਅਪਣਾਓਗੇ, ਵੀ ਫਲਾਣੇ ਟੀਚਰ ਦੇ ਵਿੱਚ ਇਹ ਚੰਗੇ ਗੁਣ ਨੇ, ਉਸ ਦੀ ਵਿਧੀਆਂ ਮੈਂ ਅਪਣਾਊਂਗਾ, ਉਸ ਦੇ ਢੰਗ ਅਪਣਾਊਂਗਾ, ਉਵੇਂ ਜਿਵੇਂ ਉਹ ਐਗਜ਼ਾਮਪਲ ਦਿੰਦੇ ਆ, ਜਿਵੇਂ ਉਹ ਕਰਦੇ ਆ, ਹੈ ਨਾ। ਆਪਾਂ ਬਚਪਨ ਦੇ ਵਿੱਚ ਹੀ ਆਪਾਂ ਹਰ ਇੱਕ ਚੀਜ਼ ਨਕਲ ਦੁਆਰਾ ਸਿੱਖਦੇ ਆਏ। ਆਪਣੇ ਪੇਰੈਂਟਸ ਜਿੱਦਾਂ ਦਾ ਮਤਲਬ ਕਿ ਇੱਕ ਲੜਕੀਆਂ ਖਾਣਾ ਬਣਾਉਣਾ ਸਿੱਖਦੀਆਂ ਨੇ, ਉਹ ਆਪਣੀ ਮਾਂ ਤੋਂ ਸਿੱਖਦੀਆਂ ਨੇ। ਜਿਹੜੇ ਮੁੰਡੇ ਹੁੰਦੇ ਆ ਉਹ ਕੰਮਕਾਰ ਸਿੱਖਦੇ ਨੇ ਆਪਣੇ ਪਿਤਾ ਤੋਂ, ਆਪਣੇ ਭੈਣ ਭਰਾਵਾਂ ਤੋਂ, ਠੀਕ ਹੈ, ਭਰਾਵਾਂ ਤੋਂ ਸਿੱਖਦੇ ਆ ਵੀ ਹਾਂ, ਹੈ ਨਾ, ਵੱਡੇ ਹੁੰਦੇ ਜਾਂਦੇ ਆ ਜਿਉਂ-ਜਿਉਂ, ਠੀਕ ਹੈ। ਤਾਂ ਅਨੁਕਰਨ ਦੁਆਰਾ, ਨਕਲ ਦੁਆਰਾ ਕਰਨਾ ਸਿੱਖਦੇ ਬੱਚਾ। ਵਾਤਾਵਰਨ ਕੀ ਆਪਣਾ ਆਲਾ ਦੁਆਲਾ ਸਾਰਾ ਕੁਛ, ਠੀਕ ਹੈ ਜੀ। ਅਗਲਾ ਕਾ ਅਧਿਆਪਨ ਕੀ ਹੈ? ਅਧਿਆਪਨ ਕੀ ਹੈ ਯਾਨੀ ਕਿ ਟੀਚਿੰਗ ਕੀ ਹੈ? ਇੱਥੇ ਆਪਸ਼ਨ ਨੇ ਯੋਜਨਾਬੱਧ ਕਾਰਜ ਪ੍ਰਣਾਲੀ ਹੈ, ਆਪਸ਼ਨ 2 ਹੈ ਗੈਰ ਯੋਜਨਾਬੱਧ ਕਾਰਜ ਪ੍ਰਣਾਲੀ ਹੈ, ਆਪਸ਼ਨ 3 ਹੈ ਬੱਚਿਆਂ ਨੂੰ ਸਿਰਫ ਪੜ੍ਹਾਉਣਾ, ਤੇ ਡੀ ਆਪਸ਼ਨ ਹੈ ਤੰਗ ਕਾਰਜ ਪ੍ਰਣਾਲੀ ਹੈ। ਤਾਂ ਇੱਕ ਅਧਿਆਪਨ ਕੀ ਚੀਜ਼ ਹੈ ਤਾਂ ਇੱਥੇ ਸਮਝਣਾ ਜ਼ਰੂਰੀ ਹੈ। ਇੱਕ ਅਧਿਆਪਕ ਦੇਖੋ ਸਭ ਨੂੰ ਪਤਾ ਵੀ ਟੀਚਿੰਗ ਇੱਕ ਸਕਿੱਲ ਹੈ, ਠੀਕ ਹੈ, ਇੱਕ ਕਲਾ ਗੀ। ਤਾਂ ਇੱਕ ਕਲਾ ਜਿਹੜੀ ਉਹ ਇਹ ਵੀ ਤਾਂ ਹੈ ਨਹੀਂ ਵੀ ਉਹ ਗੈਰ ਯੋਜਨਾਬੱਧ ਹੋਊਗੀ, ਠੀਕ ਹੈ, ਵੀ ਬਿਨਾਂ ਪਲੈਨਿੰਗ ਤੋਂ ਆਪਾਂ ਇੱਦਾਂ ਹੀ ਪੜ੍ਹਾਉਣ ਚਲੇ ਜਾਵਾਂਗੇ, ਠੀਕ ਹੈ, ਜਾਂ ਫਿਰ ਬੱਚਿਆਂ ਨੂੰ ਸਿਰਫ ਪੜ੍ਹਾਉਣਾ ਹੀ ਇੱਕ ਟੀਚਰ ਦਾ ਕੰਮ ਨਹੀਂ ਹੁੰਦਾ ਹੈਗਾ। ਇਹ ਤੰਗ ਕਾਰਜ ਪ੍ਰਣਾਲੀ ਤਾਂ ਬਿਲਕੁਲ ਨਹੀਂ ਹੋ ਸਕਦੀ, ਠੀਕ ਹੈ। ਇਹ ਤਾਂ ਦੋ ਆਪਸ਼ਨਾਂ ਬਿਲਕੁਲ ਹੀ ਕੱਟ ਜਾਂਦੀਆਂ ਹੁੰਦੀਆਂ ਨੇ। ਹੁਣ ਦੇਖੋ ਇੱਕ ਅਧਿਆਪਕ ਦਾ ਕੰਮ ਸਿਰਫ ਬੱਚਿਆਂ ਨੂੰ ਪੜ੍ਹਾਉਣਾ ਨਹੀਂ ਹੁੰਦਾ ਹੈਗਾ, ਉਹਨੇ ਬੱਚਿਆਂ ਦੇ ਨਾਲ ਹੋਰ ਕਈ ਚੀਜ਼ਾਂ, ਉਹਨਾਂ ਦੀ ਐਕਟੀਵਿਟੀਜ਼ ਨੂੰ ਵੀ ਦੇਖਣਾ ਹੁੰਦਾ, ਉਹਨਾਂ ਦੇ ਟੈਲੈਂਟ ਨੂੰ ਬਾਹਰ ਕੱਢਣਾ ਹੁੰਦਾ। ਤਾਂ ਇਹਦਾ ਰਾਈਟ ਆਪਸ਼ਨ ਆਊਗਾ ਵੀ ਯੋਜਨਾਬੱਧ ਕਾਰਜ ਪ੍ਰਣਾਲੀ। ਇੱਕ ਪਲੈਨਿੰਗ ਦੇ ਥਰੂ ਉਸਦੀ ਸਾਰੀ ਪ੍ਰੋਸੈਸ ਚੱਲਦਾ ਹੁੰਦਾ। ਇੱਕ ਹਮੇਸ਼ਾ ਅਧਿਆਪਕ ਨੂੰ ਇੱਕ ਯੋਜਨਾ ਬਣਾ ਕੇ ਚੱਲਣਾ ਪੈਂਦਾ, ਠੀਕ ਹੈ, ਇੱਕ ਯੋਜਨਾ ਹੁੰਦੀ ਹੈ ਅਧਿਆਪਨ, ਠੀਕ ਹੈ, ਅਤੇ ਇੱਕ ਪਲੈਨਿੰਗ ਥਰੂ ਮਤਲਬ ਕਿ ਚੱਲਣਾ ਹੁੰਦਾ, ਇੱਕ ਪਲਾਨ ਬਣਾਉਣਾ ਹੁੰਦਾ ਵੀ ਹਾਂ ਮੈਂ ਬੱਚਿਆਂ ਨੂੰ ਕਿਹੜੇ ਤਰੀਕੇ ਨਾਲ ਸਹੀ ਦਿਸ਼ਾ ਵੱਲ ਲਿਜਾ ਸਕਦਾ, ਕਿਹੜੇ ਮੈਥਡ ਯੂਜ਼ ਕਰ ਸਕਦਾ, ਵੀ ਹਾਂ ਇਹ ਚੀਜ਼ ਪੜ੍ਹਾਉਣੀ ਹੈ, ਇਹ ਚੀਜ਼ ਇੱਦਾਂ ਸਮਝਾਉਣੀ ਹੈ ਬੱਚਿਆਂ ਨੂੰ। ਅਗਲਾ ਜੀ ਕੁਐਸਚਨ ਵੀ ਬੱਚੇ ਦੇ ਜੀਵਨ ਦੇ ਬਹੁਤ ਕੰਮ ਭਾਸ਼ਾ ਦੇ ਕਿਸ ਕੌਸ਼ਲ ਨਾਲ ਸੰਪੂਰਨ ਹੁੰਦੇ ਨੇ? ਹਾਂਜੀ, ਬੱਚੇ ਦੇ ਜੀਵਨ ਦੇ ਕੰਮ ਇੱਥੇ ਕੀ ਹੋਗਾ ਵੀ ਭਾਸ਼ਾ ਦੇ ਨਾਲ ਸੰਬੰਧਿਤ ਆ, ਵੀ ਕਿਹੜੇ ਕੌਸ਼ਲ ਰਾਹੀਂ ਉਹ ਪੂਰੇ ਕਰੂਗਾ ਆਪਣੇ। ਪਹਿਲਾ ਆਪਸ਼ਨ ਹੈ ਇੱਥੇ ਪੜ੍ਹਨ ਨਾਲ, ਬੋਲਣ ਨਾਲ, ਤੀਸਰਾ ਆਪਸ਼ਨ ਹੈ ਲਿਖਣ ਨਾਲ, ਚੌਥਾ ਵੀ ਸੁਣਨ ਅਤੇ ਸਮਝਣ ਨਾਲ, ਠੀਕ ਹੈ। ਆਪਾਂ ਹਮੇਸ਼ਾ ਕੀ ਕਹਿਣੇ ਹੁੰਦੇ ਵੀ ਦੇਖ ਤੇ ਫੇਰ ਹੀ, ਹੈ ਨਾ, ਜੇ ਕਈ ਵਾਰੀ ਕਿਸੇ ਬੱਚੇ ਨੂੰ ਨਹੀਂ ਸਮਝ ਆਉਂਦਾ, ਆਪਾਂ ਇਹ ਕਹਿੰਦੇ ਹਾਂ ਵੀ ਮੈਂ ਜੋ ਗੱਲ ਤੈਨੂੰ ਕਹਿ ਰਿਹਾ ਪਹਿਲਾਂ ਉਹ ਸੁਣ ਅਤੇ ਫਿਰ ਸਮਝ, ਫਿਰ ਹੀ ਤੂੰ ਉਹ ਕੰਮ ਨੂੰ ਪੂਰਾ ਕਰੇਂਗਾ। ਤਾਂ ਇੱਥੇ ਰਾਈਟ ਆਪਸ਼ਨ ਤੁਸੀਂ ਆਪਣੇ ਆਪ ਹੀ ਸਮਝ ਜਾਓਗੇ ਵੀ ਸੁਣਨ ਅਤੇ ਸਮਝਣ ਨਾਲ, ਠੀਕ ਹੈ। ਜਦੋਂ ਬੱਚਾ ਸੁਣੂਗਾ ਅਤੇ ਸਮਝੂਗਾ ਗੱਲ ਨੂੰ ਤਾਂ ਓਬਵੀਅਸਲੀ ਉਹਦਾ ਹਰ ਕੰਮ ਪੂਰਨ ਹੋਊਗਾ। ਜੇ ਉਹ ਬਿਨਾਂ ਮਤਲਬ ਸੋਚੇ ਸਮਝੇ ਇੱਦਾਂ ਹੀ ਕੰਮ ਕਰੂਗਾ ਤਾਂ ਉਹ ਹਮੇਸ਼ਾ ਗਲਤੀਆਂ ਕਰੂਗਾ ਅਤੇ ਸਹੀ ਨਹੀਂ, ਠੀਕ ਹੈ। ਤਾਂ ਇੱਥੇ ਗੱਲ ਹੋ ਰਹੀ ਹੈ ਭਾਸ਼ਾ ਦੀ। ਅਗਲੀ ਗੱਲ ਹੈ ਨੈਕਸਟ ਪ੍ਰਸ਼ਨ। ਦੇਖੋ ਇਹ ਪ੍ਰਸ਼ਨ ਸਾਰੇ ਹੀ ਇੰਪੋਰਟੈਂਟ ਨੇ, ਠੀਕ ਹੈ, ਕੋਈ ਵੀ ਕੁਐਸਚਨ ਇੱਦਾਂ ਦਾ ਨਹੀਂ ਹੈਗਾ ਵੀ ਜੋ ਇੰਪੋਰਟੈਂਟ ਨਹੀਂ ਹੈਗਾ। ਤੁਸੀਂ ਹਰ ਕੁਐਸਚਨ ਦੀ ਲੈਂਗੁਏਜ ਨੂੰ ਸਮਝਣਾ, ਉਸਦੀਆਂ ਸਾਰੀਆਂ ਆਪਸ਼ਨਾਂ ਪ੍ਰੋਪਰ ਚੈੱਕ ਕਰਨੀਆਂ ਨੇ ਸਟੂਡੈਂਟਸ। ਇਹ ਨਾ ਹੋਵੇ ਵੀ ਤੁਸੀਂ ਇਹ ਸਮਝੋ ਵੀ ਹਰ ਇੱਕ ਪ੍ਰਸ਼ਨ ਆਸਾਨ ਜਾਗਾ ਵੀ ਤਾਂ ਅਸੀਂ ਕਰ ਲਾਂਗੇ, ਤਾਂ ਉਹਦੇ ਦੇਖੋ ਤੁਸੀਂ ਬਹੁਤ ਸਾਰੇ ਕੁਐਸਚਨ ਜੇ ਆਪ ਤੋਂ ਕਰਕੇ ਦੇਖਦੇ ਤਾਂ ਤੁਹਾਨੂੰ ਲੱਗਦਾ ਵੀ ਹਾਂ ਅਸੀਂ ਗਲਤੀਆਂ ਕਰ ਰਹੇ ਹਾਂ, ਠੀਕ ਹੈ। ਤਾਂ ਹਰ ਇੱਕ ਕੁਐਸਚਨ ਦੀ ਜਿਹੜੀ ਲੈਂਗੁਏਜ ਆ ਉਹਨੂੰ ਸਮਝਣਾ ਚੰਗੀ ਤਰ੍ਹਾਂ। ਜਿਵੇਂ ਅਗਲਾ ਗਾ ਵੀ ਬੱਚਾ ਤਾਂ ਹੀ ਲਿਖ ਸਕਦਾ ਜੇਕਰ ਧਿਆਨ ਨਾਲ ਉਹ ਸੁਣੇ ਅਤੇ ਪੜ੍ਹੇ, ਸਮਝੇ ਅਤੇ ਲਿਖੇ, ਵਿਆਕਰਨ ਨੂੰ ਸਮਝੇ। ਇੱਥੇ ਵਿਆਕਰਨ ਮਤਲਬ ਕਿ ਗ੍ਰਾਮਰ ਦੀ ਗੱਲ ਹੋ ਰਹੀ ਹੈ ਵੀ ਗ੍ਰਾਮਰ ਨੂੰ ਸਮਝੇ। ਅਗਲਾ ਗਾ ਵੀ ਸੁਣੇ ਅਤੇ ਸਮਝੇ, ਠੀਕ ਹੈ। ਹੁਣ ਇੱਥੇ ਸੇਮ ਜਿਹੀਆਂ ਗੱਲਾਂ ਨੇ ਸੁਣਨ ਅਤੇ ਸਮਝਣ ਦੀ, ਬਸ ਉੱਥੇ ਸੁਣਨ ਅਤੇ ਸਮਝਣ ਸੀ ਅਤੇ ਸੁਣੇ ਅਤੇ ਸਮਝੇ, ਠੀਕ ਹੈ। ਹੁਣ ਬੱਚਾ ਭਾਸ਼ਾ ਜੇਕਰ ਲਿਖਣ ਦੀ ਗੱਲ ਹੋ ਰਹੀ ਹੈ ਇੱਥੇ, ਠੀਕ ਹੈ। ਹੁਣ ਕਈ ਬੱਚੇ ਸਮਝਣਗੇ ਵੀ ਸਮਝੇ ਅਤੇ ਲਿਖੇ, ਹੈ ਨਾ, ਵੀ ਪਹਿਲਾਂ ਚੀਜ਼ ਨੂੰ ਸਮਝੇ ਫਿਰ ਲਿਖੇ, ਪਰ ਨਹੀਂ ਸਟੂਡੈਂਟਸ, ਇਹਦਾ ਰਾਈਟ ਆਨਸਰ ਡੀ ਆਊਗਾ, ਸੁਣੇ ਅਤੇ ਸਮਝੇ, ਠੀਕ ਹੈ। ਹੁਣ ਇੱਕ ਅਧਿਆਪਕ ਉਸ ਨੂੰ ਲਿਖਣ ਦੀ ਕਲਾ ਜਿਹੜੀ ਪਹਿਲਾਂ ਸੁਣਾਊਗਾ ਹੀ ਵੀ ਨਹੀਂ ਤੂੰ ਇਵੇਂ ਆਹ ਚੀਜ਼ਾਂ ਲਿਖਣੀਆਂ ਨੇ, ਫਿਰ ਤੂੰ ਉਹ ਸਮਝੂਗਾ, ਠੀਕ ਹੈ। ਇਹ ਸਿਰਫ ਦੋਨੇ ਆਪਸ਼ਨਾਂ ਦੇ ਵਿੱਚ ਤੁਸੀਂ ਕਨਫਿਊਜ਼ ਹੋ ਸਕਦੇ ਹੋ, ਪਰ ਇਹਦਾ ਰਾਈਟ ਆਨਸਰ ਇਹ ਹੋਊਗਾ ਵੀ ਪਹਿਲਾਂ ਬੱਚਾ ਸੁਣੇ ਹਰ ਇੱਕ ਚੀਜ਼ ਨੂੰ, ਫਿਰ ਉਸ ਤੋਂ ਬਾਅਦ ਉਹਨੂੰ ਸਮਝੇ, ਫਿਰ ਹੀ ਉਹ ਲਿਖੂਗਾ ਚੰਗੀ ਤਰ੍ਹਾਂ।
ਇਸ ਤੋਂ ਬਾਅਦ ਦੇਖੋ ਜਿੱਥੇ ਸਮਝਣ ਦੀ ਗੱਲ ਆ ਗਈ ਤਾਂ ਉਸ ਆਪਸ਼ਨ ਦੇ ਵੱਲ ਪੂਰਾ ਧਿਆਨ ਦੇਣਾ ਵੀ ਇਸ ਦੇ ਵਿੱਚ ਕਹਿਣਾ ਕੀ ਚਾਹੁੰਦਾ। ਸਿਰਫ ਇੱਥੇ ਵਿਆਕਰਨ ਕਈ ਵਾਰੀ ਸਮਝਣ ਵੀ ਬੱਚੇ ਵੀ ਗ੍ਰਾਮਰ ਦੀ ਦੇਖੋ ਵੀ ਦੇਖੋ ਗ੍ਰਾਮਰ ਨੂੰ ਸਮਝਣਾ ਜ਼ਰੂਰੀ ਹੈ, ਤਾਂ ਗ੍ਰਾਮਰ ਨੂੰ ਸਮਝਣਾ ਜ਼ਰੂਰੀ ਆ ਤਾਂ ਉਹ ਲੈਂਗੁਏਜ ਦੇ ਵਿੱਚ ਸ਼ੁੱਧ ਭਾਸ਼ਾ ਲਿਖਣ ਦੀ ਸ਼ੁੱਧ ਭਾਸ਼ਾ ਇੱਥੇ ਸਿਰਫ ਪਹਿਲਾਂ ਲਿਖਣ ਦੀ ਗੱਲ ਹੋ ਰਹੀ ਹੈ, ਸ਼ੁੱਧ ਦੀ ਗੱਲ ਨਹੀਂ ਹੋ ਰਹੀ। ਇਸ ਤੋਂ ਬਾਅਦ ਨੈਕਸਟ ਹੈ ਵੀ ਭਾਸ਼ਾ ਸਿੱਖਣ ਦਾ ਪਹਿਲਾ ਪੜਾਅ ਕੀ ਹੈ, ਵੀ ਸਟਾਰਟਿੰਗ ਦੇ ਵਿੱਚ ਪਹਿਲਾਂ ਕੀ ਚੀਜ਼ ਆਉਂਦੀ ਹੈ। ਦੇਖੋ ਪਹਿਲਾਂ ਗਾ ਵੀ ਭਾਸ਼ਾ ਦੇ ਅਲੱਗ-ਅਲੱਗ ਤੱਤਾਂ ਦਾ ਗਿਆਨ ਗ੍ਰਹਿਣ ਕਰਨਾ, ਦੂਸਰੀ ਆਪਸ਼ਨ ਹੈ ਵੀ ਅੱਖਰਾਂ ਨੂੰ ਸਮਝਣਾ, ਠੀਕ ਹੈ। ਤੀਸਰੀ ਆਪਸ਼ਨ ਹੈ ਵਾਕਾਂ ਨੂੰ ਲਿਖਣਾ, ਚੌਥੀ ਆਪਸ਼ਨ ਹੈ ਸ਼ਬਦ ਨੂੰ ਲਿਖਣਾ। ਤਾਂ ਇੱਥੇ ਦੇਖੋ ਸਿਰਫ ਇਹ ਨਹੀਂ ਹੈਗਾ ਵੀ ਜੇ ਤੁਸੀਂ ਭਾਸ਼ਾ ਸਿੱਖਣ ਦੇ ਪੜਾਅ ਪਹਿਲਾਂ ਸਿੱਖਣੇ ਆ ਤੁਸੀਂ ਇੱਕ ਪੱਖ ਨੂੰ ਲਓਗੇ, ਬੱਚੇ ਨੂੰ ਸਾਰੇ ਪੱਖ ਸਮਝਾਏ ਜਾਂਦੇ ਆ, ਉਸ ਨੂੰ ਲਿਖਣਾ ਉਸ ਨੂੰ ਪਹਿਲਾਂ ਵੀ ਕਿ ਸੁਣਨਾ ਕਿਸ ਤਰ੍ਹਾਂ, ਉਸ ਤੋਂ ਬਾਅਦ ਉਸ ਨੂੰ ਸਮਝਣਾ, ਠੀਕ ਹੈ, ਲਿਖਣਾ, ਫਿਰ ਉਸ ਤੋਂ ਬਾਅਦ ਉਸ ਨੂੰ ਪੜ੍ਹਨਾ, ਉਹ ਸਾਰੀ ਸਕਿੱਲਾਂ ਉਸ ਨੂੰ ਪਤਾ ਹੋਣੀ ਚਾਹੀਦੀਆਂ। ਤਾਂ ਇਹਦਾ ਰਾਈਟ ਆਨਸਰ ਇਹ ਹੋਊਗਾ ਵੀ ਭਾਸ਼ਾ ਦੇ ਅਲੱਗ-ਅਲੱਗ ਤੱਤਾਂ ਦਾ ਗਿਆਨ ਗ੍ਰਹਿਣ ਕਰਨਾ ਚਾਹੀਦਾ। ਇੱਕ ਤੱਤ ਦਾ ਗਿਆਨ ਗ੍ਰਹਿਣ ਕਰਕੇ ਉਹ ਭਾਸ਼ਾ ਨਹੀਂ ਸਿੱਖੂਗਾ, ਠੀਕ ਹੈ, ਸਾਰੇ ਉਸ ਨੂੰ ਹੌਲੀ-ਹੌਲੀ ਸਿੱਖਣੇ ਪੈਣਗੇ, ਇਹ ਪਹਿਲਾ ਪੜਾਅ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਨੈਕਸਟ ਹੈ ਵੀ ਬੱਚਾ ਭਾਸ਼ਾ ਵਾਚਨ ਸਿੱਖਣ ਵੇਲੇ ਪਹਿਲਾਂ ਸਿੱਖੇਗਾ। ਹਾਂਜੀ, ਜਦੋਂ ਬੱਚਾ ਇੱਕ ਭਾਸ਼ਾ ਵਾਚਨ ਸਿੱਖ ਰਿਹਾ ਤਾਂ ਉਹ ਸਭ ਦੇ ਪਹਿਲਾਂ ਕੀ ਕਰੂਗਾ, ਵਾਚਨ ਇੱਥੇ ਪੜ੍ਹਨ ਦਾ ਹੀ ਹੋ ਗਿਆ ਵੀ ਬੱਚਾ ਭਾਸ਼ਾ ਪੜ੍ਹਨਾ ਸਿੱਖਣ, ਇੱਥੇ ਚਾਹੇ ਪੜ੍ਹਨਾ ਵੀ ਹੋ ਸਕਦਾ ਸੀ, ਪੜ੍ਹਨਾ ਸਿੱਖਣ ਵੇਲੇ ਪਹਿਲਾਂ ਕੀ ਸਿੱਖੂਗਾ। ਦੇਖੋ ਆਪਸ਼ਨ ਹੈਗੀਆਂ ਇੱਥੇ ਪਹਿਲਾਂ ਲਿਖਿਆ ਹੋਇਆ, ਇਸ ਚੀਜ਼ ਦਾ ਧਿਆਨ ਰੱਖਣਾ। ਆਪਸ਼ਨ ਹੈਗੀਆਂ ਚੁੱਪ ਰਹਿ ਕੇ ਪੜ੍ਹਨਾ, ਦੂਸਰੀ ਆਪਸ਼ਨ ਹੈ ਇਕੱਲੇ ਪਾਠ ਕਰਨਾ, ਤੀਸਰੀ ਆਪਸ਼ਨ ਹੈ ਗਰੁੱਪ 'ਚ ਪਾਠ ਕਰਨਾ, ਚੌਥੀ ਆਪਸ਼ਨ ਹੈ ਵੀ ਬੋਲ ਉੱਚੀ ਪੜ੍ਹਨਾ, ਠੀਕ ਹੈ ਜੀ। ਇਹੀ ਇਹਦਾ ਰਾਈਟ ਆਨਸਰ ਆਊਗਾ ਕਿਉਂਕਿ ਇੱਥੇ ਪਹਿਲਾਂ ਸਿੱਖਣ ਦੀ ਗੱਲ ਹੋ ਰਹੀ ਹੈ, ਤਾਂ ਪਹਿਲਾ ਬੱਚਾ ਬੋਲ ਕੇ ਪੜ੍ਹਨਾ ਸਿੱਖਦਾ, ਉੱਚੀ ਪੜ੍ਹਨਾ ਸਿੱਖਦਾ, ਤਾਂ ਹੀ ਉਸਦੀ ਪੜ੍ਹਨ ਦੀ ਜਿਹੜੀ ਸਕਿੱਲ ਹੈ ਉਹ ਅੱਗੇ ਡਿਵੈਲਪ ਹੋਊਗੀ, ਠੀਕ ਹੈ। ਜਿਹਦਾ ਰਾਈਟ ਆਨਸਰ ਬੋਲ ਉੱਚੀ ਪੜ੍ਹਨਾ ਹੋਊਗਾ। ਅਗਲਾ ਪ੍ਰਸ਼ਨ ਹੈ ਵੀ ਲਿਖਣਾ ਸਿਖਾਉਣ ਲਈ ਕਿਹੜੀ ਵਿਧੀ ਸਹੀ ਰਹੇਗੀ ਜੋ ਬੱਚਾ ਅਜੇ ਸਿੱਖ ਰਿਹਾ, ਠੀਕ ਹੈ। ਇਹ ਵੀ ਦੇਖੋ ਉੱਪਰਲੇ ਕੁਐਸਚਨ ਨਾਲ ਮਿਲਦਾ ਜੁਲਦਾ ਹੈ ਵੀ ਇੱਕ ਲਿਖਣਾ ਸਿਖਾਉਣ ਦੇ ਲਈ ਕਿਹੜੀ ਵਿਧੀ ਹੈ ਜਿਹੜੀ ਸਹੀ ਰਹੂਗੀ ਜੇ ਬੱਚਾ ਅਜੇ ਸਿੱਖ ਰਿਹਾ, ਠੀਕ ਹੈ। ਅਤੇ ਬੱਚਾ ਅਜੇ ਸਿੱਖ ਹੀ ਰਿਹਾ, ਇਹਦੇ ਵਿੱਚ ਬੜੇ ਬੱਚੇ ਥੋੜ੍ਹਾ ਜਿਹਾ ਕਨਫਿਊਜ਼ ਹੋਣਗੇ ਵੀ ਕਿਵੇਂ, ਠੀਕ ਹੈ। ਅਤੇ ਆਪਸ਼ਨ ਨੇ ਪੂਰਨੇ ਵਿਧੀ, ਠੀਕ ਹੈ, ਸੰਸਲੇਸ਼ਨ ਵਿਧੀ ਹੈ, ਚਿੱਤਰ ਵਿਧੀ ਆ, ਅਤੇ ਇਹਨਾਂ ਵਿੱਚੋਂ ਕੋਈ ਵੀ ਨਹੀਂ, ਇਹ ਚਾਰ ਆਪਸ਼ਨ ਨੇ, ਠੀਕ ਹੈ। ਦੇਖੋ ਇਹ ਤਾਂ ਹੈਗੇ ਵੀ 3 ਬਚ ਗਈਆਂ ਆਪਣੇ ਲਵੇ, ਚੌਥੀ ਆਪਸ਼ਨ ਹੋ ਸਕਦੀ ਹੈ ਕਿ ਨਹੀਂ ਆਪਾਂ ਚੈੱਕ ਕਰਾਂਗੇ। ਦੇਖੋ ਪਹਿਲਾਂ ਤਾਂ ਸੰਸਲੇਸ਼ਨ ਵਿਧੀ ਕੀ ਹੁੰਦੀ ਆ, ਚਿੱਤਰ ਵਿਧੀ ਕੀ ਹੁੰਦੀ ਹੈ, ਤੁਹਾਨੂੰ ਪਤਾ ਹੋਣੇ ਚਾਹੀਦੇ। ਪੂਰਨੇ ਵਿਧੀ ਕੀ ਆ, ਠੀਕ ਹੈ। ਸੰਸਲੇਸ਼ਨ ਵਿਧੀ ਤਾਂ ਉਹ ਹੁੰਦੀ ਹੈ ਵੀ ਕਿਸੇ ਨੂੰ ਚੀਜ਼ ਨੂੰ ਪੂਰੇ ਇਕੱਠ ਦੇ ਵਿੱਚ ਸਮਝਣਾ, ਠੀਕ ਹੈ। ਵਿਸ਼ਲੇਸ਼ਣ ਵਿਧੀ ਤੁਸੀਂ ਵੀ ਉਹਨੂੰ ਪਾਰਟਸ ਦੇ ਵਿੱਚ ਸਿੱਖਣਾ ਹੁੰਦਾ ਹੈ ਨਾ। ਹੁਣ ਇੱਥੇ ਸੰਸਲੇਸ਼ਨ ਵਿਧੀ ਤਾਂ ਆ ਨਹੀਂ ਸਕਦੀ ਕਿਉਂਕਿ ਸੰਸਲੇਸ਼ਨ ਵਿਧੀ ਵੱਡੀਆਂ ਕਲਾਸਾਂ ਦੇ ਲਈ ਹੁੰਦੀ ਆ, ਠੀਕ ਹੈ। ਹਜੇ ਬੱਚਾ ਸਿੱਖ ਰਿਹਾ ਤਾਂ ਸੰਸਲੇਸ਼ਨ ਵਿਧੀ ਨੂੰ ਆਪਾਂ ਯੂਜ਼ ਨਹੀਂ ਕਰ ਸਕਦੇ। ਹੁਣ ਚਿੱਤਰ ਵਿਧੀ ਦੀ ਗੱਲ ਹੈ, ਠੀਕ ਹੈ। ਚਿੱਤਰ ਵਿਧੀ ਵਿੱਚ ਬੱਚਾ ਦੇਖ ਰਿਹਾ ਗਾ ਤਾਂ ਦੇਖ ਕੇ ਚਿੱਤਰ ਦੇਖ ਕੇ ਉਹ ਲਿਖਣ ਦੀ ਕਲਾ ਨਹੀਂ ਸਿੱਖ ਸਕਦਾ, ਤਾਂ ਇੱਥੇ ਰਾਈਟ ਆਨਸਰ ਪੂਰਨੇ ਵਿਧੀ, ਠੀਕ ਹੈ। ਪੂਰਨੇ ਤੁਹਾਨੂੰ ਹੁੰਦਾ ਵੀ ਪੂਰਨੇ ਬਣਾਉਣੇ, ਠੀਕ ਹੈ, ਜਾਂ ਫਿਰ ਪੂਰਨੇ ਵਿਧੀ ਵੀ ਇਹਨੂੰ ਕਹਿ ਦਿੰਦੇ ਆ, ਠੀਕ ਹੈ। ਪੂਰਨੇ ਵਿਧੀ ਕੀ ਹੁੰਦੀ ਹੈ ਵੀ ਬੱਚਿਆਂ ਨੂੰ ਡਿਕਟੇਟ, ਜਿਵੇਂ ਇੱਕ ਡਾਊਟਸ ਦੇ ਉੱਪਰ ਕੋਈ ਸ਼ਬਦ ਲਿਖਿਆ ਹੋਇਆ ਗਾ, ਠੀਕ ਹੈ, ਤਾਂ ਉਸ ਦੇ ਉੱਪਰ ਬੱਚੇ ਨੂੰ ਇਹਨੂੰ ਪੂਰਾ ਕਰਨਾ ਹੋ ਗਿਆ, ਠੀਕ ਹੈ। ਜਿਵੇਂ ਊੜੇ ਇਸ ਤਰ੍ਹਾਂ ਉਹਨੇ ਲਿਖਤਾ ਤਾਂ ਇਹ ਹੋ ਗਈ ਪੂਰਨੇ ਵਿਧੀ, ਤਾਂ ਮਤਲਬ ਪੂਰਨੇ ਲਿਖਣਾ ਹੀ ਇਸ ਨੂੰ ਸਹੀ ਮੰਨਾਂਗੇ ਆਪਾਂ ਕਿਉਂਕਿ ਹਜੇ ਬੱਚਾ ਸਿੱਖ ਰਿਹਾ ਗਾ। ਡਾਊਟਸ ਦੇ ਉੱਪਰ ਜਿਵੇਂ ਉਹ ਸੁਲੇਖ ਆਉਂਦੀ ਹੁੰਦੀ ਹੈ ਨਾ, ਉਹ ਚੀਜ਼ ਹੋ ਗਈ। ਇਸ ਤੋਂ ਬਾਅਦ 15ਵਾਂ ਕੁਐਸਚਨ ਹੈਗਾ ਵੀ ਲਿਖਣ ਕਲਾ ਵਿੱਚ ਮੁਹਾਰਤ ਲਿਆਉਣ ਲਈ ਕਿਹੜੀ ਵਿਧੀ ਸਹੀ ਹੈ। ਦੇਖੋ ਇੱਥੇ ਕਈ ਕੁਐਸਚਨ ਲਿਖਣ ਕਲਾ ਨਾਲ ਸੰਬੰਧਿਤ ਆਇਆ, ਤਾਂ ਉੱਥੇ ਤੁਸੀਂ ਚੀਜ਼ਾਂ ਸਮਝਣੀਆਂ, ਹੋ ਸਕਦਾ ਤੁਹਾਨੂੰ ਲਿਖਣ ਸੰਬੰਧੀ ਆ ਜਾਣ, ਸੁਣਨ ਸੰਬੰਧੀ ਆ ਜਾਣ, ਬੋਲਣ ਸੰਬੰਧੀ ਆ ਜਾਣ, ਕਿਸੇ ਤਰ੍ਹਾਂ ਦੇ ਵੀ ਕੋਈ ਸਕਿੱਲ ਆ ਜਿਹੜੀ ਜਾਂ ਕੌਸ਼ਲ ਆਪਾਂ ਜਿਸ ਨੂੰ ਕਹਿੰਦੇ ਭਾਸ਼ਾ ਦਾ, ਉਹਦੇ ਉੱਪਰ ਕੁਐਸਚਨ ਪੁੱਛੇ ਜਾ ਸਕਦੇ ਆ। ਇੱਥੇ ਲਿਖਣ ਦੇ ਨਾਲ ਸੰਬੰਧਿਤ ਆ ਰਿਹਾ ਕਿਉਂਕਿ ਬੱਚਾ ਲਿਖਣ ਦੇ ਵਿੱਚ ਜ਼ਿਆਦਾ ਉਸ ਨੂੰ ਕੰਮ ਆਉਂਦਾ ਗਾ ਜਦੋਂ ਸਕੂਲ ਟਾਈਮ ਦੇ ਵਿੱਚ ਹੁੰਦਾ, ਤਾਂ ਹੀ ਇਹ ਕੁਐਸਚਨ ਜ਼ਿਆਦਾ ਰਿਪੀਟ ਹੋ ਰਿਹਾ, ਠੀਕ ਹੈ। ਲਿਖਣ ਕਲਾ ਵਿੱਚ ਇੱਥੇ ਗੱਲ ਹੋ ਰਹੀ ਹੈ ਮੁਹਾਰਤ ਦੀ। ਮੁਹਾਰਤ ਕੀ ਹੋ ਗਿਆ ਵੀ ਬੱਚਾ ਐਕਸਪਰਟ ਕਿਵੇਂ ਬਣ ਸਕਦਾ ਇੱਕ ਲਿਖਣ ਦੇ ਵਿੱਚ, ਠੀਕ ਹੈ। ਇੱਥੇ ਥੋੜ੍ਹੇ ਮਤਲਬ ਕਿ ਬੱਚੇ ਦਾ ਜਿਹੜਾ ਵਿਕਾਸ ਹੋ ਚੁੱਕਿਆ ਉਹ ਲਿਖਣ ਦੇ ਵਿੱਚ ਤਾਂ ਮਤਲਬ ਕਿ ਕਾਬਿਲ ਹੈਗੀ ਆ ਉਹਦੀ ਕਲਾ ਨੂੰ, ਠੀਕ ਹੈ, ਉਹਦੀ ਲਿਖਣ ਦੀ ਕਲਾ ਦੇ ਵਿੱਚ ਮੁਹਾਰਤ ਹੈ। ਐਕਸਪਰਟ ਕਿੱਦਾਂ ਬਣੂਗਾ ਉਹ, ਦੇਖੇ ਆਪਸ਼ਨ ਨੇ ਸ਼ਬਦ ਵਿਧੀ ਰਾਹੀਂ, ਦੂਸਰੀ ਆਪਸ਼ਨ ਆ ਅਰਥ ਵਿਧੀ ਰਾਹੀਂ, ਅਤੇ ਤੀਸਰੀ ਆਪਸ਼ਨ ਹੈ ਵਾਕ ਵਿਧੀ ਰਾਹੀਂ, ਚੌਥੀ ਆਪਸ਼ਨ ਹੈ ਬੋਲ ਲਿਖਤ ਵਿਧੀ ਰਾਹੀਂ। ਦੇਖੋ ਇੱਥੇ ਆ ਸਾਰੇ ਤਾਂ ਦੇਖੋ ਇੱਕ
ग्रामर का पार्ट नहीं है, ठीक है। शब्द विधि, अर्थ विधि, वाक विधि ਇਹਦਾ बहुत घट यूज ਦੇ ਵਿੱਚ ਹੈ। देखो एक अलग ऑप्शन ਨੂੰ ਦੇਖਣ ਨੂੰ ਮਿਲ ਰਹੀ ਹੈ ਬੋਲ ਲਿਖਤ विधि, ਜਿਸ ਨੂੰ ਆਪਾਂ ਇੰਗਲਿਸ਼ ਦੇ ਡਿਕਟੇਸ਼ਨ ਸੁਣਿਆ ਹੋਊਗਾ ਤੁਸੀਂ ਸ਼ਬਦ ਡਿਕਟੇਸ਼ਨ, ਹੈ ਨਾ। ਡਿਕਟੇਸ਼ਨ ਦਾ ਸਾਰਿਆਂ ਨੇ ਸੁਣਿਆ ਹੋਇਆ। ਡਿਕਟੇਸ਼ਨ 'ਚ ਕੀ ਹੁੰਦਾ, ਆਪਾਂ ਬੱਚਿਆਂ ਨੂੰ ਸ਼ਬਦ ਬੋਲਦੇ ਹਾਂ ਅਤੇ ਬੱਚਾ ਆਪਾਂ ਕੋਈ ਵੀ ਬੋਲਦੇ ਹਾਂ ਉਹ ਬੱਚਾ ਲਿਖਦਾ ਤਾਂ ਬੋਲ ਲਿਖਤ ਵਿਧੀ ਜਿਸ ਨੂੰ ਕਿਹਾ ਜਾਂਦਾ, ਠੀਕ ਹੈ। ਜਦੋਂ ਆਪਾਂ ਬੱਚੇ ਨੂੰ ਸ਼ਬਦ, ਕੋਈ ਵੀ ਸ਼ਬਦ ਆਪਾਂ ਬੋਲ ਸਕਦੇ ਹਾਂ, ਔਖਾ ਬੋਲ ਸਕਦੇ ਹਾਂ, ਤਾਂ ਉਹਦੇ ਨਾਲ ਬੱਚੇ ਵਿੱਚ ਕੀ ਹੁੰਦੀ, ਮੁਹਾਰਤ ਆਉਂਦੀ ਹੈ, ਐਕਸਪਰਟ ਹੁੰਦਾ। ਕਿਉਂਕਿ ਬੱਚਾ ਹਰ ਇੱਕ ਸ਼ਬਦ ਨੂੰ ਸੁਣ ਕੇ ਜਦੋਂ ਲਿਖੂਗਾ ਤਾਂ ਓਬਵੀਅਸਲੀ ਉਹ ਉਸਦੀ ਜਿਹੜੀ ਸਕਿੱਲ ਉਹ ਡਿਵੈਲਪ ਹੋ ਜੂਗੀ, ਹੈ ਨਾ। ਉਹ ਚੀਜ਼ ਹੈ। ਤਾਂ ਇਸਦਾ ਰਾਈਟ ਆਨਸਰ ਬੋਲ ਲਿਖਤ ਵਿਧੀ ਆਊਗਾ, ਉਸਦੇ ਵਿੱਚ ਮੁਹਾਰਤ ਲਿਆਉਣ ਲਈ। ਇਹ ਸਾਰੇ ਕੁਐਸਚਨ ਦੇਖੋ ਬੜੇ ਹੀ ਘੈਂਟ ਨੇ, ਹੈ ਨਾ, ਬੜੇ ਸੋਹਣੇ ਨੇ ਸਾਰੇ ਕੁਐਸਚਨ, ਕਿਉਂਕਿ ਇਹੋ ਜਿਹੇ ਕੁਐਸਚਨ ਹੀ ਤੁਹਾਨੂੰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਣਗੇ। ਕਿਉਂਕਿ ਪੈਡਾਗੋਜੀ ਦਾ ਮਤਲਬ ਕੀ ਹੁੰਦਾ ਵੀ ਬੱਚਿਆਂ ਦੀ ਅਸੀਂ ਜਿਹੜੀ ਜੋ ਉਹਨਾਂ ਵਿੱਚ ਸੁਧਾਰ ਲਿਆਉਣਾ, ਉਹਨਾਂ ਵਿੱਚ ਜੋ ਕਮੀਆਂ ਨੇ ਉਹਨਾਂ ਨੂੰ ਦੂਰ ਕਰਨਾ। ਤਾਂ ਇਹ ਸਾਰੀਆਂ ਚੀਜ਼ਾਂ ਉਸ ਨਾਲ ਰਿਲੇਟਡ ਕੁਐਸਚਨ ਨੇ, ਦੇਖੋ ਤੁਹਾਨੂੰ ਦੇਖਣ ਨੂੰ ਮਿਲ। ਦੇਖੋ ਜਿਵੇਂ ਕੁਐਸਚਨ ਆ ਵੀ ਜੋ ਲਿਪੀ ਪੜ੍ਹਨ ਵਿੱਚ ਅਸਮਰੱਥ ਹੈ, ਠੀਕ ਹੈ, ਜੋ ਲਿਪੀ ਪੜ੍ਹਨ ਵਿੱਚ। ਹੁਣ ਲਿਪੀ ਵੀ ਜਿਹੜਾ ਵਿਅਕਤੀ ਹੈ ਜਿਹੜਾ ਅਸਮਰੱਥ ਹੈ, ਜੋ ਲਿਪੀ ਨਹੀਂ ਪੜ੍ਹ ਸਕਦਾ, ਠੀਕ ਹੈ, ਉਹਨੂੰ ਆਪਾਂ ਕੀ ਕਹਾਂਗੇ, ਉਹਨੂੰ ਸਾਖਰ ਕਹਾਂਗੇ, ਠੀਕ ਹੈ। ਬੀ ਆਪਸ਼ਨ ਆ ਕੁਝ ਕੁ ਸਿਆਣਾ ਵਿਅਕਤੀ ਕਹਾਂਗੇ ਉਸਨੂੰ ਆਪਾਂ, ਜਾਂ ਫਿਰ ਉਸਨੂੰ ਅਨਪੜ੍ਹ ਵਿਅਕਤੀ ਕਹਾਂਗੇ, ਜਾਂ ਫਿਰ ਮੂਰਖ ਵਿਅਕਤੀ ਕਹਾਂਗੇ ਸੌਰੀ। ਇਹ ਚਾਰ ਆਪਸ਼ਨਾਂ ਨੇਗੀਆਂ। ਤਾਂ ਇੱਕ ਵਿਅਕਤੀ ਜੋ ਲਿਪੀ ਪੜ੍ਹਨ ਵਿੱਚ ਅਜੇ ਅਸਮਰੱਥ ਹੈ, ਠੀਕ ਹੈ, ਅਤੇ ਉਹਨੂੰ ਆਪਾਂ ਕਹਾਂਗੇ ਅਨਪੜ੍ਹ, ਠੀਕ ਹੈ ਜੀ। ਜੋ ਲਿਪੀ ਨਹੀਂ ਪੜ੍ਹਨਾ ਜਾਣਦਾ, ਹੁਣ ਫਿਰ ਉਸ ਨੂੰ ਜਦੋਂ ਆਉਂਦਾ ਹੀ ਨਹੀਂ ਕੁਛ ਸਮਝਣਾ ਤਾਂ ਉਸ ਨੂੰ ਆਪਾਂ ਅਨਪੜ੍ਹ ਹੀ ਕਹਾਂਗੇ। ਸਾਖਰ ਤਾਂ ਬਿਲਕੁਲ ਨਹੀਂ ਕਹਿ ਸਕਦੇ, ਮੂਰਖ ਵੀ ਨਹੀਂ ਆਪਾਂ ਕਹਿ ਸਕਦੇ। ਮੂਰਖ ਕੌਣ ਹੁੰਦਾ, ਜਿਸ ਨੂੰ ਦੁਨੀਆਦਾਰੀ ਦੀ ਸਮਝ ਹੀ ਨਾ, ਬਿਲਕੁਲ ਕਿਸੇ ਚੀਜ਼ ਦੀ ਸਮਝ ਨਾ ਹੋਵੇ। ਕੁਝ ਕੁ ਸਿਆਣਾ ਆਪਾਂ ਕਿਵੇਂ ਕਹਿ ਸਕਦੇ ਵੀ ਜੇ ਲਿਪੀ ਨਹੀਂ ਹੁੰਦੀ ਕੁਝ ਕੁ ਸਿਆਣਾ ਥੋੜ੍ਹਾ ਹੈ, ਉਹਨੂੰ ਆਪਾਂ ਸਿਰਫ ਅਨਪੜ੍ਹ ਕਹਿ ਸਕਦੇ ਵੀ ਅਨਪੜ੍ਹ ਕੀ ਹੋ ਗਿਆ, ਉਹਨੂੰ ਉਸਨੂੰ ਅੱਖਰਾਂ ਦੀ ਸਮਝ ਨਹੀਂ ਹੈਗੀ ਵੀ ਕਿਵੇਂ ਲਿਖੇ ਜਾਂਦੇ, ਕਿਵੇਂ ਉਹ ਕਿਵੇਂ ਲਿਖੇ ਜਾਂਦੇ ਆ। ਲਿਖਣ ਦੀ ਗੱਲ ਤਾਂ ਉਹ ਲਿਪੀ ਦਾ ਸੰਬੰਧ ਹੁੰਦਾ। ਦੇਖੋ ਮੈਂ ਕੁਐਸਚਨ ਵੀ ਪਾਇਆ ਹੋਇਆ ਸੀਗਾ ਵੀ ਲਿਪੀ ਦਾ ਸੰਬੰਧ ਲਿਖਣ ਨਾਲ ਹੈ, ਬੋਲਣ ਨਾਲ ਨਹੀਂ ਹੈਗਾ, ਠੀਕ ਹੈ ਜੀ। ਅਗਲਾ ਕੁਐਸਚਨ ਹੈ 17ਵਾਂ ਕੁਐਸਚਨ ਆਪਣਾ ਵੀ ਭਾਸ਼ਾਈ ਕੌਸ਼ਲਾਂ ਉੱਪਰ ਅਧਿਕਾਰ ਪ੍ਰਾਪਤ ਕਰਨ ਲਈ ਚਾਹੀਦਾ ਹੈ ਕਿ ਭਾਸ਼ਾ ਸਿੱਖਿਆ ਸਕੂਲ ਕੇਂਦਰਿਤ ਹੋਵੇ। ਬੀ ਆਪਸ਼ਨ ਆ ਅਧਿਆਪਕ ਕੇਂਦਰਿਤ ਹੋਵੇ। ਤੀਸਰੀ ਆਪਸ਼ਨ ਆ ਬਾਲ ਕੇਂਦਰਿਤ ਹੋਵੇ ਅਤੇ ਡੀ ਆਪਸ਼ਨ ਆ ਇਹਨਾਂ ਵਿੱਚੋਂ ਕੋਈ ਨਹੀਂ, ਠੀਕ ਹੈ। ਆਪਾਂ ਜਦੋਂ ਵੀ ਦੇਖੋ ਸਕੂਲੀ ਪੱਧਰ 'ਤੇ ਗੱਲ ਕਰਦੇ ਹਾਂ ਵੀ ਬੱਚੇ ਦੇ ਉੱਪਰ ਬੱਚੇ ਦੀ ਕਿਸ ਚੀਜ਼ ਦੇ ਉੱਪਰ ਜ਼ਿਆਦਾ ਮਤਲਬ ਕਿ ਸੈਂਟਰ ਦੇ ਵਿੱਚ ਹੁੰਦਾ, ਤਾਂ ਬੱਚਾ ਹੁੰਦਾ ਸੈਂਟਰ। ਹਰ ਇੱਕ ਚੀਜ਼ ਆਪਾਂ ਬੱਚੇ ਨੂੰ ਸੈਂਟਰ ਦੇ ਵਿੱਚ ਰੱਖ ਕੇ ਕਰਦੇ ਹਾਂ। ਤਾਂ ਇੱਥੇ ਭਾਸ਼ਾਈ ਕੌਸ਼ਲਾਂ ਦੀ ਗੱਲ ਹੋ ਰਹੀ ਹੈ, ਵੀ ਲੈਂਗੁਏਜ ਸਕਿੱਲ ਦੀ ਗੱਲ ਹੋ ਰਹੀ ਹੈ, ਉਹਨਾਂ ਉੱਪਰ ਅਧਿਕਾਰ ਪ੍ਰਾਪਤ ਕਰਨ ਲਈ ਕਿਹਾ ਜਾਂਦਾ, ਹੈ ਨਾ। ਵੀ ਕਿਸ ਤਰ੍ਹਾਂ ਦੀ ਮਤਲਬ ਕਿ ਭਾਸ਼ਾ ਜਿਹੜੀ ਉਹ ਕਿਸ ਤਰ੍ਹਾਂ ਭਾਸ਼ਾ ਸਿੱਖਿਆ ਕਿਹੋ ਜਿਹੀ ਹੋਣੀ ਚਾਹੀਦੀ ਹੈ, ਉਹ ਬਾਲ ਕੇਂਦਰਿਤ ਹੋਣੀ ਚਾਹੀਦੀ ਆ। ਕਿਉਂਕਿ ਆਪਾਂ ਬੱਚਿਆਂ ਨੂੰ ਇੰਪਰੂਵ ਕਰਨਾ ਹੈ, ਠੀਕ ਹੈ। ਸਕੂਲ ਦੇ ਵਿੱਚ ਤਾਂ ਚਲੋ ਸਕੂਲ ਦੀ ਬਿਲਡਿੰਗ ਵਗੈਰਾ ਸਾਰਾ ਕੁਛ ਹੁੰਦੀ ਹੈ, ਅਧਿਆਪਕ ਹੁੰਦੇ ਆ, ਅਧਿਆਪਕ ਨੂੰ ਤਾਂ ਹੁੰਦੀ ਹੈ ਨੌਲੇਜ, ਠੀਕ ਹੈ। ਅਧਿਆਪਕ ਦੇ ਉੱਪਰ ਕੇਂਦਰਿਤ ਕਰਤੀ ਅਧਿਆਪਕ ਦਾ, ਫਿਰ ਉਹ ਤਾਂ ਫਿਰ ਆਪਣੀ ਮਨਮਰਜ਼ੀ ਕਰਨਗੇ ਅਧਿਆਪਕ, ਉਹ ਬੱਚਿਆਂ ਨੂੰ ਥੋੜ੍ਹਾ ਸਮਝਣਗੇ। ਤਾਂ ਹਮੇਸ਼ਾ ਜਿਹੜੀ ਭਾਸ਼ਾ ਸਿੱਖਿਆ, ਕੋਈ ਵੀ ਸਿੱਖਿਆ ਵੈਸੇ ਤਾਂ, ਠੀਕ ਹੈ, ਉਹ ਬਾਲ ਕੇਂਦਰਿਤ ਹੋਣੀ ਚਾਹੀਦੀ ਹੈ। ਬੱਚਿਆਂ ਨੂੰ ਪਹਿਲਾਂ ਸੈਂਟਰ ਦੇ ਵਿੱਚ ਰੱਖਣਾ ਜ਼ਰੂਰੀ ਹੈ। ਇਸ ਤੋਂ ਬਾਅਦ ਅਗਲਾ ਕੁਐਸਚਨ ਹੈ ਵੀ ਪੰਜਾਬੀ ਭਾਸ਼ਾ ਦੀ ਜਨਮਦਾਤੀ ਭਾਸ਼ਾ ਕਿਹੜੀ ਹੈ। ਇਹਦੇ ਵਿੱਚ ਬੱਚੇ ਬੜੇ ਮਤਲਬ ਕਿ ਸੋਚਦੇ ਵੀ ਕੀ ਆਊਗਾ ਇਹਦਾ ਆਨਸਰ, ਹੈ ਨਾ। ਚਲੋ ਵੈਸੇ ਤਾਂ ਆਪਸ਼ਨਾਂ ਦੇ ਅਕੋਰਡਿੰਗ ਤੁਸੀਂ ਦੇਖ ਰਹੇ ਹੋ ਵੀ ਤੁਹਾਨੂੰ ਆਨਸਰ ਪਤਾ ਲੱਗ ਜੂਗਾ। ਹੁਣ ਇੱਥੇ ਕਈ ਵਾਰੀ ਇੱਥੇ ਨਾ ਪੰਜਾਬੀ ਭਾਸ਼ਾ ਦੀ ਜਨਮਦਾਤੀ, ਇੱਥੇ ਤਾਂ ਪੰਜਾਬੀ ਭਾਸ਼ਾ ਕਈ ਵਾਰੀ ਗੁਰਮੁਖੀ ਲਿਖਿਆ ਹੋਇਆ ਆ ਜਾਏ। ਇਹ ਕੁਐਸਚਨ ਮੈਂ ਤੁਹਾਨੂੰ ਕਰਾਇਆ ਵੀ ਹੋਵੇ, ਗੁਰਮੁਖੀ ਲਿਪੀ ਦੀ ਜਨਮਦਾਤੀ ਕਿਹੜੀ ਲਿਪੀ ਹੈ, ਠੀਕ ਹੈ। ਉੱਥੇ ਬੱਚੇ ਕਈ ਵਾਰੀ ਕਨਫਿਊਜ਼ਨ, ਤਾਂ ਲਿਪੀ ਆ ਜਿਹੜੀ ਉਹ ਬ੍ਰਹਮੀ ਲਿਪੀ ਤੋਂ ਹੋਈ ਹੈ, ਠੀਕ ਹੈ, ਗੁਰਮੁਖੀ ਲਿਪੀ ਦੀ। ਪਰ ਇੱਥੇ ਗੱਲ ਹੋ ਰਹੀ ਹੈ ਪੰਜਾਬੀ ਭਾਸ਼ਾ ਦੀ। ਤਾਂ ਪੰਜਾਬੀ ਭਾਸ਼ਾ ਦੀ ਜਨਮਦਾਤੀ ਭਾਸ਼ਾ ਕਿਹੜੀ ਹੈ, ਤਾਂ ਯਾਦ ਰੱਖਣਾ ਵੈਦਿਕ ਸੰਸਕ੍ਰਿਤ। ਵੈਦਿਕ ਸੰਸਕ੍ਰਿਤ ਹੀ ਬਾਕੀ ਜਿਵੇਂ ਹਿੰਦੀ ਭਾਸ਼ਾ ਉਹ ਨਿਕਲ ਕੇ ਆਈ ਹੈ। ਕਈ ਬੱਚੇ ਹਿੰਦੀ ਜਾਂ ਫਾਰਸੀ ਦੇ ਵਿੱਚ ਕਨਫਿਊਜ਼ ਹੋ ਸਕਦੇ ਆ, ਪਰ ਯਾਦ ਰੱਖਣਾ ਵੈਦਿਕ ਸੰਸਕ੍ਰਿਤ ਤੋਂ ਪੰਜਾਬੀ ਭਾਸ਼ਾ ਨਿਕਲੀ ਹੈ, ਵੈਦਿਕ ਸੰਸਕ੍ਰਿਤ ਹੀ ਹਿੰਦੀ ਨਿਕਲੀ ਹੈ। ਅਗਲਾ ਕੁਐਸਚਨ ਹੈ ਵੀ ਸੁਰਜੀਤ ਹੁਸ਼ਿਆਰ ਹੈ, ਇਸ ਵਾਕ ਵਿੱਚ ਸੰਸਰਗੀ ਕਿਰਿਆ ਕਿਹੜੀ ਹੈ, ਠੀਕ ਹੈ। ਇੱਥੇ ਇੱਕ ਵਾਕ ਦਿੱਤਾ ਹੋਇਆ ਸੁਰਜੀਤ ਹੁਸ਼ਿਆਰ ਹੈ, ਤਾਂ ਇਹਦੇ ਵਿੱਚ ਤੁਸੀਂ ਸੰਸਰਗੀ ਕਿਰਿਆ ਲੱਭਣੀ ਹੈ, ਜਿਸ ਨੂੰ ਆਪਾਂ ਸਹਾਇਕ ਕਿਰਿਆ ਵੀ ਆਪਾਂ ਕਹਿ ਸਕਦੇ ਹਾਂ, ਠੀਕ ਹੈ। ਸਹਾਇਕ ਕਿਰਿਆ ਕਿਹੜੀ ਹੈ ਉਹ ਵੀ ਪੁੱਛ ਸਕਦੇ ਵੀ ਸਹਾਇਕ, ਠੀਕ ਹੈ। ਤਾਂ ਯਾਦ ਰੱਖਣਾ ਸਹਾਇਕ ਅਤੇ ਸੰਸਰਗੀ ਕਿਰਿਆ ਮਤਲਬ ਕਿ ਸੇਮ ਹੀ ਹੁੰਦੀਆਂ। ਤਾਂ ਇੱਥੇ ਯਾਦ ਰੱਖਣਾ ਇੱਥੇ ਆਪਸ਼ਨ ਨਹੀਂ ਹੈ ਸੁਰਜੀਤ ਹੁਸ਼ਿਆਰ ਕੋਈ ਨਹੀਂ, ਤਾਂ ਇਹਦਾ ਰਾਈਟ ਆਨਸਰ ਆਊਗਾ ਹੈ ਜਿਹੜਾ ਸ਼ਬਦ ਉਹ ਸੰਸਰਗੀ ਕਿਰਿਆ, ਠੀਕ ਹੈ ਜੀ। ਅਗਲਾ ਕੁਐਸਚਨ ਹੈ ਵੀ ਸਮਾਜਿਕ ਪੱਧਰ 'ਤੇ ਭਾਸ਼ਾ ਦੇ ਸਿਧਾਂਤ ਨੂੰ ਵਿਕਸਿਤ ਕਰਨ ਵਿੱਚ ਕਿਸ ਨੇ ਯੋਗਦਾਨ ਦਿੱਤਾ। ਇਹਦੇ ਵਿੱਚ ਬੱਚੇ ਥੋੜ੍ਹਾ ਧਿਆਨ ਲਗਾਉਣਾ, ਇਹਦੇ ਵਿੱਚ ਬੱਚੇ ਬੜੇ ਮਤਲਬ ਕਿ ਗਲਤ ਕਰਨਗੇ,
ठीक है। ਇਹਦੇ ਵਿੱਚ ਕਿਉਂ ਗਲਤ ਕਰਨਗੇ ਵੀ ਉਹ ਸਿਰਫ ਇਹ ਸੋਚਣਗੇ ਵੀ ਭਾਸ਼ਾ ਦੇ ਸਿਧਾਂਤ ਦੀ ਗੱਲ ਹੋ ਰਹੀ ਆ, ਤਾਂ ਜਿੱਥੇ ਭਾਸ਼ਾ ਦੀ ਮਤਲਬ ਗੱਲ ਹੋਊਗੀ ਉੱਥੇ ਬੱਚੇ ਕੀ ਸੋਚਦੇ ਆ, ਇੱਥੇ ਚੌਗਸਕੀ ਲਿਖਿਆ ਪਿਆ, ਮੰਮਾ ਲਿਖ ਲਿਓ ਚੌਮਸਕੀ, ਠੀਕ ਹੈ ਜੀ। ਇੱਥੇ ਆਪਸ਼ਨ ਨੇਗੇ ਸਕੈਨਰ ਹੈ, ਵਾਈਗੋਸਕੀ ਹੈ, ठीक है, तो प्याजे आ ते चौमस्की है। तो इत्थे बच्चे सिर्फ ऐ सोचणगे भी भाषा के सिद्धांत की गल होगी, तो भाषा की गल तो एक व्यक्ति करता चौमस्की, ठीक है। प्याजे भी वैसे तो करता है, भी ज़्यादातर चौमस्की ही करता। तो ये चीज़ का थोड़ा जिहा ध्यान देना, इत्थे गल हो रही है समाजिक पद्धर की, ठीक है। तो सोसाइटी की गल हो रही है इत्थे, ठीक है, सोसाइटी की गल हो रही है, समाज की गल हो रही है। तो सोसाइटी तो समाज की गल तो एक व्यक्ति ही करता, वो कौन है, वाइगोस्की। तो यदा राइट आंसर वाइगोस्की आऊगा, यानी कि ये क्योंकि इत्थे काहदी गल हो रही है, सोसाइटी ते समाज की, ठीक है। बच्चे तुसीं ध्यान ना समझना उत्ते क्वेश्चन, ठीक है। जदों इत्थे समाज की गल आ गई नाल, तो समाज की गल प्याजे नहीं वाइगोस्की कर देगा, ठीक है। तो राइट आंसर क्या होगा, वाइगोस्की। अगला गा 21वां क्वेश्चन भी भाषा की प्रयोगशाला का मुख्य रूप में प्रयोग किस लिए हुंदा। एक भाषा प्रयोगशाला है, ठीक है, या फिर लैंगुएज लैब आ जिहड़ी ओहदा प्रयोग काहदे लई हुंदा है। तो ऑप्शन इत्थे सधारण तरीके नाल सिक्ख्यार्थी की भाषा का विकास करना, तो बी ऑप्शन है भाषा पाठां नूं आसानी ते दिलचस्पी बनाउंदी है, ठीक है, इत्थे बचाउंदी लिख रखिया, भाषा पाठां नूं आसानी ते दिलचस्प बनाउंदी है, ठीक है। अगले ऑप्शन है भी भाषा पाठां नूं विस्तार च दसदी है प्रयोगशाला जिहड़ी हो। अगला भी सिक्ख्यार्थियों नूं अपनी गलतियां लभण दे तरीके विच मदद करदी है, ठीक है। इत्थे देखो भाषा प्रयोगशाला की हुंदी, जिथे आपां की करदे आंगे, प्रयोग करदे आं, ठीक है। उत्थे कुछ करके देखते हैं भी की मतलब कि रिजल्ट निकल के आंदा। तो ओबवियसली आपां इत्थे विद्यार्थियों दी अपनी गलतियां लभण दे तरीके विच मदद करदी है। उत्थे विद्यार्थी चैक करदे प्रयोगशाला च भी असीं कित्थे गलती करदे हां, तो गलतियां नूं लभण दे विच इह मदद करदी है। अगला क्वेश्चन है भी उचेरी सिक्ख्या दी पढ़ाई विच सब तो अहम की है, ठीक है। उचेरी सिक्ख्या की गल हो रही है, तो उत्थे सब तो ज़्यादा अहम की चीज़ हुंदी आ, अहम मतलब हो गया जरूरी, जरूरी चीज़ की हुंदी आ उचेरी सिक्ख्या दे विच। इत्थे ऑप्शन नेगे बच्चों की सुतंत्र सोच के पद्धर विच वाधा करना, बी ऑप्शन है बच्चों दी प्राप्तियां विच वाधा करना, तीसरी ऑप्शन है परिणामां की उचित प्रतिशतता, तो डी ऑप्शन है उपरोक्त विचों कोई नहीं होगा, इत्थे उपरोक्त विचों कोई नहीं, ठीक है जी। तो इत्थे राइट आंसर देखना तुसी, उचेरी सिक्ख्या की गल हो रही है, उचेरी होएगा हायर एजुकेशन, ठीक है। जो बच्चे बड़े हो जाते हैं, तो बड़े बच्चों के लिए सब तो ज़्यादा जरूरी की हुंदा, उत्थे हुंदा बच्चों की सुतंत्र सोच विच वाधा, ठीक है। भी बच्चे ने जिहड़े वो सुतंत्र रूप में सोच सकन, उन्हां दी जिहड़ी आपां कहने भी थिंक है उन्होंने डिवेलप किया जाए, उनकी नैरो सोच नूं जोड़ा वाइड किया जाए, ठीक है। भी उस मतलब कि सही तरीके नाल सोच सकन समाज के लिए, अपने देश के लिए। तो बच्चों की सुतंत्र सोच के पद्धर में वाधा करना इसका राइट आंसर होगा। बाकी तो देखो बच्चे ने प्राप्तियां ये तो पहला तो ही सीगा, आप स्कूल के भी बच्चे ने प्राप्ति देखते होंगे सी, बच्चे फस्ट डिवीजन है, सैकेंड डिवीजन है, ये गल्लां करते होंगे सी, परिणामां की उच्च प्रतिशतता भी हाँ इन्नी परसेंटेज, ये चीज़ों का आपां ध्यान बड़े पद्धर पर नहीं कर सकते, बड़े पद्धर पर आपां बच्चों की सोच नूं डिवेलप करना हुंदा है। हाँ जी, नैक्सट क्वेश्चन है 23वां, जे तुसीं किसी बच्चे द्वारा पूछे प्रश्न का जेकर लिखना सी, इत्थे जे इत्थे चलो, जे तुसीं किसी बच्चे द्वारा पूछे प्रश्न का उत्तर नहीं जानते तो तुसीं की करोगे, ठीक है। एक क्वेश्चन बच्चा तुहानूं कोई क्वेश्चन पुट करता है किसी विषय नाल रिलेटेड, तो तुसीं उत्थे की करोगे, उसनूं ताना मारोगे भी हाँ तू ये क्वेश्चन क्यों पूछा, है ना। बी ऑप्शन है तो उसनूं डांटोगे भी हाँ तू मैंने क्वेश्चन पूछा, ठीक है। ये स्वीकार करोगे कि तुसीं उत्तर नहीं जानते, या डी ऑप्शन है भी उत्तर दस्सण लई पुस्तक या माहिरां नाल सलाह करोगे, ठीक है जी। इत्थे तुसीं राइट आंसर देखना। हुण देखो ये पता लग गया भी असीं दो ऑप्शन तो देखो बिल्कुल नहीं लै सकते, भी असीं बच्चे नूं डांट नहीं सकते, ताने नहीं मार सकते। हुण बस ये दो ऑप्शन है भी तुसीं ये स्वीकार कर लोगे भी हाँ मैनूं ये क्वेश्चन नहीं आंदा, ठीक है। तो उत्थे की आ बच्चे जदों तुसीं ये स्वीकार कर लिया भी हाँ मैनूं प्रश्न नहीं आंदा, तो किते ना किते तुहाडी जिहड़ी हर्ट होगा तुहाडा दिल भी हाँ मैनूं नहीं आंदा, तो बच्चे भी किते ना किते फील करन भी मैं भी क्वेश्चन पूछा तो टीचर नूं नहीं आंदा। तो तुसीं की कहोगे उत्तर दस्सण दे लई टाइम लै सकदे बच्चे नूं, ते फिर तुसीं किसी एक्सपर्ट द्वारा या किसी बुक दे विचों कोई हैल्प लैके तुसीं बच्चों नूं एक्सप्लेन अगे
ਉਹ ਕੁਐਸਚਨ ਤੁਸੀਂ ਦੂਸਰੇ ਦਿਨ ਜਾਂ ਫਿਰ ਥੋੜ੍ਹੇ ਟਾਈਮ ਬਾਅਦ ਤੁਸੀਂ ਉਹ ਦੱਸ ਸਕਦੇ ਹੋ, ਠੀਕ ਹੈ। ਪਰ ਇਹ ਦੱਸਣਾ ਜ਼ਰੂਰੀ ਹੁੰਦਾ ਤੁਸੀਂ ਬੱਚਿਆਂ ਦੀ ਮਤਲਬ ਕਿ ਪ੍ਰਸ਼ਨ, ਹਾਂਜੀ ਜੇ ਕੋਈ ਪ੍ਰਸ਼ਨ ਬੇਫਾਲਤੂ ਹੁੰਦਾ ਉਸ ਦਾ ਆਪਾਂ ਮੰਨ ਸਕਦੇ ਵੀ ਨਹੀਂ ਕੋਈ ਸਿਰ ਪੈਰ ਹੁੰਦਾ, ਪਰ ਇੱਕ ਦੇਖੋ ਇੱਥੇ ਇੱਕ ਬੱਚਿਆਂ ਦੀ ਸਹੀ ਉਹਦੀ ਗੱਲ ਹੋ ਰਹੀ ਹੈ, ਤਾਂ ਇੱਥੇ ਬੱਚਿਆਂ ਦੀ ਮਤਲਬ ਕਿ ਆਪਾਂ ਵਿਕਾਸ ਦੀ ਗੱਲ ਕਰ ਰਹੇ ਹਾਂ, ਬੱਚਿਆਂ ਦੀ ਆਪਾਂ ਹਰ ਇੱਕ ਕੁਐਸਚਨ ਨੂੰ ਲਾ ਵੀ ਇੰਪੋਰਟੈਂਸ ਦੇਣੀ ਹੈ, ਠੀਕ ਹੈ। ਤਾਂ ਅਜਿਹੀ ਸਥਿਤੀ ਦੇ ਵਿੱਚ ਆਪਾਂ ਕਿਸੇ ਬੁੱਕ ਦੀ ਜਾਂ ਫਿਰ ਕਿਸੇ ਐਕਸਪਰਟ ਨਾਲ ਆਪਾਂ ਮਿਲ ਕੇ ਸਲਾਹ ਕਰਾਂਗੇ ਇਸ ਦੇ ਉੱਪਰ, ਠੀਕ ਹੈ ਜੀ, ਉਹ ਕੁਐਸਚਨ ਦਾ ਆਨਸਰ ਦੇਵਾਂਗੇ। ਅਗਲਾ ਗਾ ਵੀ ਜਿੱਥੇ ਬੋਲਣ ਲਿਖਣ ਸੁਣਨ ਅਤੇ ਪੜ੍ਹਨ ਦਾ ਅਭਿਆਸ ਹੋ ਜਾਵੇ ਉੱਥੇ ਭਾਸ਼ਾ ਆਪਣੇ ਆਪ ਕੀ ਹੋ ਜਾਂਦੀ ਹੈ, ਠੀਕ ਹੈ ਜੀ। ਹੁਣ ਇੱਥੇ ਚਾਰੇ ਸਕਿੱਲ ਇੱਥੇ ਮਤਲਬ ਕਿ ਇਕੱਠੀਆਂ ਹੋ ਗਈਆਂ, ਠੀਕ ਹੈ, ਇੱਕ ਲੈਂਗੁਏਜ ਦੀਆਂ। ਤਾਂ ਅਜਿਹੀ ਭਾਸ਼ਾ ਕੀ ਹੈ, ਠੀਕ ਹੈ, ਇੱਥੇ ਆਪਸ਼ਨ ਨੇ ਵੀ ਸੁੰਦਰ ਹੋ ਜਾਂਦੀ ਹੈ, ਅਸ਼ੁੱਧ ਹੋ ਜਾਂਦੀ ਹੈ, ਸ਼ੁੱਧ ਹੋ ਜਾਂਦੀ ਹੈ ਅਤੇ ਸਪਸ਼ਟ ਹੋ ਜਾਂਦੀ ਹੈ, ਠੀਕ ਹੈ। ਜਦੋਂ ਬੱਚੇ ਨੂੰ ਸਾਰੀਆਂ ਚੀਜ਼ਾਂ ਸਕਿੱਲ ਦਾ ਅਭਿਆਸ ਹੋ ਗਿਆ ਤਾਂ ਭਾਸ਼ਾ ਉੱਥੇ ਕੀ ਹੋਊਗੀ, ਸ਼ੁੱਧ ਹੋ ਜੂਗੀ। ਤਾਂ ਰਾਈਟ ਆਨਸਰ ਸੀ ਆਊਗਾ, ਠੀਕ ਹੈ। ਜਦੋਂ ਬੱਚਾ ਹੁਣ ਬੋਲਣ ਵੀ ਸਹੀ ਲੱਗ ਗਿਆ, ਠੀਕ ਹੈ, ਲਿਖਣ ਵੀ ਸੁਣਨ ਵੀ ਅਤੇ ਪੜ੍ਹਨ ਵੀ, ਤਾਂ ਉੱਥੇ ਭਾਸ਼ਾ ਆਪਣੇ ਆਪ ਸ਼ੁੱਧ ਹੋ ਜੂਗੀ, ਠੀਕ ਹੈ। ਸਪਸ਼ਟ ਨਾ ਅਤੇ ਸਮਝ ਸਪਸ਼ਟ ਹੋ ਗਿਆ, ਇੱਥੇ ਜੇ ਸਮਝਣਾ ਲਿਖਿਆ ਹੁੰਦਾ ਨਾ ਤਾਂ ਉੱਥੇ ਤੁਸੀਂ ਸਪਸ਼ਟ ਆਨਸਰ ਲਗਾ ਸਕਦੇ ਸੀ, ਤਾਂ ਇਹਦਾ ਰਾਈਟ ਆਨਸਰ ਆਊਗਾ ਸ਼ੁੱਧ ਹੋ ਜਾਂਦੀ ਹੈ। ਅਤੇ ਅਗਲਾ ਦੇਖੋ ਵੀ ਭਾਸ਼ਾ ਦੀਆਂ ਪ੍ਰੀਖਿਆਵਾਂ ਲਿਖਤੀ ਰੂਪ ਵਿੱਚ ਲਈਆਂ ਜਾਂਦੀਆਂ ਹਨ, ਇਸ ਦਾ ਮਾੜਾ ਪ੍ਰਭਾਵ ਪੈਂਦਾ, ਠੀਕ ਹੈ। ਹਾਂ ਆਪਾਂ ਵੈਸੇ ਬੱਚੇ ਨੇ ਜਦੋਂ ਉਹ ਕਰਦੇ ਹਾਂ ਐਗਜ਼ਾਮ ਲੈਂਦੇ ਹਾਂ, ਬੱਚੇ ਨੇ ਪ੍ਰੀਖਿਆਵਾਂ ਲੈਂਦੇ ਹਾਂ ਰਿਟਨ ਫਾਰਮ ਦੇ ਵਿੱਚ, ਤਾਂ ਉਸਦਾ ਮਾੜਾ ਪ੍ਰਭਾਵ ਪੈਂਦਾ, ਠੀਕ ਹੈ। ਕਿਉਂ ਪੈਂਦਾ ਉਸਦਾ ਮਾੜਾ ਪ੍ਰਭਾਵ, ਦੇਖੋ ਇਹ ਵੈਸੇ ਤਾਂ ਸੱਚਾਈ ਹੈ ਵੀ ਆਪਾਂ ਨੂੰ ਰਿਟਨ ਐਗਜ਼ਾਮ ਲੈਣੇ ਪੈਂਦੇ ਆ ਬੱਚਿਆਂ ਦੀ ਦੇਖਣ ਦੇ ਲਈ ਵੀ ਬੱਚਿਆਂ ਨੇ ਜੋ ਅਸੀਂ ਪੜ੍ਹਾਇਆ ਸਮਝਾਇਆ ਉਹ ਸਹੀ ਰੂਪ ਦੇ ਵਿੱਚ ਕਰ ਪਾ ਰਿਹਾ, ਠੀਕ ਹੈ। ਪਰ ਇਹ ਹਰ ਇੱਕ ਚੀਜ਼ ਦੇ ਫਾਇਦੇ ਦੇ ਨਾਲ ਨਾਲ ਕੁਝ ਨੁਕਸਾਨ ਵੀ ਹੁੰਦੇ ਆ, ਠੀਕ ਹੈ, ਚਾਹੇ ਉਹ ਕੋਈ ਵੀ ਚੀਜ਼ ਆ। ਹੁਣ ਇੱਥੇ ਆਪਸ਼ਨ ਨੇ ਵੀ ਬੱਚੇ ਦੇ ਲਿਖਤ ਪ੍ਰਗਟਾਓ 'ਤੇ, ਠੀਕ ਹੈ, ਇਹਦਾ ਮਾੜਾ ਪ੍ਰਭਾਵ ਪੈਂਦਾ ਵੀ ਬੱਚੇ ਸਹੀ ਰੂਪ ਦੇ ਵਿੱਚ ਲਿਖ ਨਹੀਂ ਪਾਉਂਦੇ, ਲਿਖਣ ਦਾ ਪ੍ਰਗਟਾਅ ਹੁੰਦਾ। ਅਤੇ ਅਗਲਾ ਵੀ ਬੱਚੇ ਦੇ ਸਵੈ ਪ੍ਰਗਟਾਅ 'ਤੇ, ਠੀਕ ਹੈ, ਮਾੜਾ ਅਸਰ ਪੈਂਦਾ। ਸੀ ਆਪਸ਼ਨ ਹੈ ਵੀ ਬੱਚੇ ਦੇ ਮੌਖਿਕ ਪ੍ਰਗਟਾਅ 'ਤੇ ਮਾੜਾ ਅਸਰ ਪੈਂਦਾ, ਅਤੇ ਡੀ ਆਪਸ਼ਨ ਹੈ ਇਹਨਾਂ ਵਿੱਚੋਂ ਕੋਈ ਨਹੀਂ, ਠੀਕ ਹੈ। ਤੁਸੀਂ ਇੱਥੇ ਦੇਖਣਾ, ਇੱਥੇ ਗੱਲ ਹੋ ਰਹੀ ਹੈ ਮਾੜੇ ਪ੍ਰਭਾਵ ਦੀ। ਤਾਂ ਦੇਖੋ ਮਾੜਾ ਪ੍ਰਭਾਵ ਕੀ ਪਊਗਾ ਇਸ ਦੇ ਵਿੱਚ, ਇਹਦਾ ਰਾਈਟ ਆਨਸਰ ਆ ਜਾਊਗਾ ਬੀ, ਬੱਚੇ ਦੇ ਸਵੈ ਪ੍ਰਗਟਾਅ 'ਤੇ ਮਾੜਾ ਪ੍ਰਭਾਵ। ਕਿਉਂਕਿ ਇੱਕ ਜਿਹੜੀਆਂ ਆਪਾਂ ਐਗਜ਼ਾਮ ਲੈਂਦੇ ਹਾਂ, ਠੀਕ ਹੈ, ਪ੍ਰੀਖਿਆਵਾਂ ਲੈਂਦੇ ਹਾਂ, ਉਹਦੇ ਵਿੱਚ ਆਪਾਂ ਸਿਲੇਬਸ ਦਿੱਤਾ ਹੁੰਦਾ ਬੱਚੇ ਨੂੰ, ਠੀਕ ਹੈ, ਉਹਦੇ ਅਕੋਰਡਿੰਗ ਹੀ ਉਹਨਾਂ ਨੇ ਮਤਲਬ ਕੁਐਸਚਨ ਪਾਏ ਹੁੰਦੇ, ਆਪਾਂ ਉਹਨਾਂ ਦਾ ਆਨਸਰ ਹੀ ਦੇ ਸਕਦੇ ਆ ਬੱਚੇ, ਠੀਕ ਹੈ। ਉੱਥੇ ਉਹ ਬੱਚਾ ਸਵੈ ਪ੍ਰਗਟਾਅ ਨਹੀਂ ਕਰ ਸਕਦਾ, ਸਵੈ ਪ੍ਰਗਟਾਅ ਨੂੰ ਆਜ਼ਾਦੀ ਤਾਂ ਨਹੀਂ ਹੁੰਦੀ ਵੀ ਤੂੰ ਕੁਛ ਮਰਜ਼ੀ ਲਿਖਿਆ, ਉੱਥੇ ਬੱਚੇ ਨੂੰ ਜਿਹੜੇ ਕੁਐਸਚਨ ਹੋਣਗੇ ਉਹਨਾਂ ਦੇ ਹੀ ਆਨਸਰ ਦੇਣੇ ਪੈਣਗੇ। ਤਾਂ ਇਹਦਾ ਰਾਈਟ ਆਨਸਰ ਹੋਊਗਾ ਵੀ ਬੱਚੇ ਦੇ ਸਵੈ ਪ੍ਰਗਟਾਅ ਦੇ ਉੱਪਰ ਮਾੜਾ ਅਸਰ ਪੈਂਦਾ ਹੈ, ਠੀਕ ਹੈ ਜੀ। ਅਗਲਾ ਕੁਐਸਚਨ ਹੈ ਵੀ ਤਾਲਵੀ ਧੁਨੀਆਂ ਕਿਹੜੀਆਂ ਹੁੰਦੀਆਂ ਨੇ, ਤਾਲਵੀ, ਠੀਕ ਹੈ, ਜਿਨ੍ਹਾਂ ਦੀ ਆਵਾਜ਼ ਆਪਾਂ ਕਹਿ ਸਕਦੇ ਹਾਂ ਜਦੋਂ ਜਾਂ ਫਿਰ ਜੀਭ ਆਪਣੀ ਤਾਲੂ ਨਾਲ ਟੱਚ ਕਰਦੀ ਹੈ ਉਹਨਾਂ ਨੂੰ ਤਾਲਵੀ ਧੁਨੀਆਂ ਕਹਿੰਦੇ ਨੇ, ਠੀਕ ਹੈ। ਤਾਂ ਤੁਸੀਂ ਚਾਰ ਆਪਸ਼ਨਾਂ ਨੇ, ਠੀਕ ਹੈ, ਤੁਸੀਂ ਬੋਲ ਕੇ ਦੇਖ ਸਕਦੇ ਵੀ ਤਾਂ ਕਿਹੜੀਆਂ ਆਨਸਰ ਸਹੀ ਬਣਨਾ ਚਾਹੀਦਾ, ਠੀਕ ਹੈ। ਤਾਲਵੀ ਧੁਨੀਆਂ ਕਿਹੜੀਆਂ ਹੁੰਦੀਆਂ ਨੇ, ਯਾਨੀ ਕਿ ਜਦੋਂ ਆਪਾਂ ਬੋਲਦੇ ਹਾਂ ਆਪਣੀ ਜੀਭ ਹੈ ਜਿਹੜੀ ਤਾਲੂ ਨਾਲ ਟੱਚ ਹੁੰਦੀ ਹੈ, ਠੀਕ ਹੈ ਜੀ। ਤਾਂ ਤੁਸੀਂ ਇੱਥੇ ਬੋਲ ਕੇ ਦੇਖ ਸਕਦੇ ਹੋ। ਵੈਸੇ ਤੁਹਾਨੂੰ ਕੋਈ ਨਾ ਕੋਈ ਹਰ ਇੱਕ ਦੇ ਵਿੱਚ ਤਾਲਵੀ ਜ਼ਰੂਰ ਮਿਲੂਗੀ, ਪਰ ਇੱਥੇ ਸਾਰੇ ਆਪਸ਼ਨਾਂ ਦੇ ਵਿੱਚ ਸਹੀ ਦੀ ਗੱਲ ਕਰ ਰਹੇ ਹੋ। ਤਾਂ ਰਾਈਟ ਆਨਸਰ ਇਸਦਾ ਹੋਊਗਾ ਏ, ਠੀਕ ਹੈ ਜੀ, ਚ ਸ ਜ ਚ, ਠੀਕ ਹੈ ਜੀ। ਇਹ ਵਾਲਾ ਆਪਸ਼ਨ ਸਹੀ ਹੋਊਗਾ, ਇਹ ਤਾਲਵੀ ਧੁਨੀਆਂ ਨੇ, ਇਹ ਵਾਲਾ ਆਨਸਰ ਸਹੀ ਹੋਊਗਾ। ਅਗਲਾ ਕੁਐਸਚਨ ਹੈ ਜੇ ਬੱਚੇ ਨੂੰ ਦੇਖਦੇ ਹੀ ਸਮਾਜ ਤੋਂ ਅਲੱਗ ਕਰ ਦਿੱਤਾ ਜਾਵੇ ਤਾਂ ਉਹ ਭਾਸ਼ਾ ਸਿੱਖ ਸਕੇਗਾ, ਠੀਕ ਹੈ। ਜੇ ਬੱਚੇ ਨੂੰ ਇੱਥੇ ਜੰਮਦੇ ਲਿਖ ਸਕਦੇ ਹੋ, ਇੱਥੇ ਜੰਮਦੇ ਲਿਖ ਲਓ ਤੁਸੀਂ। ਜੇ ਬੱਚੇ ਨੂੰ ਜੰਮਦੇ ਹੀ ਸਮਾਜ ਤੋਂ ਅਲੱਗ ਕਰ ਦਿੱਤਾ ਜਾਵੇ ਤਾਂ ਉਹ ਭਾਸ਼ਾ ਸਿੱਖ ਸਕੇਗਾ, ਬੋਲ ਸਕੇਗਾ, ਸਿੱਖ ਸਕੇਗਾ, ਕੇਵਲ ਲਿਖ ਸਕੇਗਾ, ਠੀਕ ਹੈ। ਅਤੇ ਆਪਸ਼ਨ ਦੇਖਣੇ ਤੁਸੀਂ ਉਪਰੋਕਤ ਵਿੱਚੋਂ ਕੋਈ ਨਹੀਂ ਹੈਗਾ, ਠੀਕ ਹੈ। ਅਤੇ ਚਾਰ ਆਪਸ਼ਨਾਂ ਨਹੀਂ ਆ। ਜੇ ਬੱਚੇ ਨੂੰ ਇੱਥੇ ਦੇਖਦੀ ਜਗ੍ਹਾ ਦੇਖਦੇ ਹੀ ਜਾਂ ਫਿਰ ਜੰਮਦੇ ਹੀ, ਇੱਥੇ ਚਲੋ ਜੰਮਦੇ ਸਹੀ ਰਹੂਗਾ ਆਪਸ਼ਨ। ਜੇ ਬੱਚੇ ਨੂੰ ਜੰਮਦੇ ਹੀ ਸਮਾਜ ਤੋਂ ਅਲੱਗ ਕਰ ਦਿੱਤਾ ਜਾਵੇ ਤਾਂ ਕੀ ਉਹ ਭਾਸ਼ਾ ਸਿੱਖ ਸਕੇਗਾ, ਠੀਕ ਹੈ। ਆਪਸ਼ਨ ਦੇਖਣੇ ਤੁਸੀਂ। ਤਾਂ ਦੇਖੋ ਇੱਕ ਬੱਚਾ ਜਿਹੜਾ ਉਹ ਜੰਮਦੇ ਹੀ ਤੁਸੀਂ ਅਲੱਗ ਕਰ ਦਿੱਤਾ, ਠੀਕ ਹੈ, ਤਾਂ ਉਹ ਮਤਲਬ ਕਿ ਉਸਨੂੰ ਜਾਂ ਆਪਾਂ ਕਹਿ ਵੀ ਜੰਗਲ ਦੇ ਵਿੱਚ ਰੱਖ ਦਿੱਤਾ, ਠੀਕ ਹੈ, ਵੀ ਅਲੱਗ ਕਰਤਾ, ਤਾਂ ਉਹ ਬੋਲ ਸਕੂਗਾ, ਸਿੱਖ ਸਕੂਗਾ ਜਾਂ ਫਿਰ ਕੇਵਲ ਲਿਖ ਸਕੂ। ਤਾਂ ਇਹਦਾ ਰਾਈਟ ਆਨਸਰ ਹੋਊਗਾ ਉਪਰੋਕਤ ਵਿੱਚੋਂ ਕੋਈ ਨਹੀਂ, ਠੀਕ ਹੈ। ਠੀਕ ਹੈ, ਉਪਰੋਕਤ ਵਿੱਚੋਂ ਕੋਈ ਨਹੀਂ, ਕਿਉਂਕਿ ਇੱਕ ਬੱਚਾ ਜਦੋਂ ਭਾਸ਼ਾ ਸੁਣੀ ਨਹੀਂ ਹੈਗੀ, ਠੀਕ ਹੈ, ਤਾਂ ਉਹ ਕਿਵੇਂ ਉਹ ਭਾਸ਼ਾ ਨੂੰ ਜਿਹੜਾ ਅੱਗੇ ਬੋਲ ਸਕੂਗਾ ਜਾਂ ਸਿੱਖ ਸਕੂਗਾ।
ठीक है लिख सकूगा। इन्हां विचों कोई भी आंसर नहीं आऊगा। ठीक है जी। अगला क्वेश्चन, इस तरह के क्वेश्चन ही पूछे जा सकते एग्जाम दे विच, तां ध्यान रखना जिहे क्वेश्चनां दा। किसी बच्चे दे ज्ञान अते योग्यता दा मुलांकन करन दी विधि की चीज़ है? एक बच्चे दे ज्ञान ते योग्यता दा मुलांकन करन दी विधि। ठीक है, एक बच्चे की आपां की क्वालिफिकेशन उसकी एबिलिटी चैक करनी है। ठीक है, उसकी नॉलेज नूं चैक करना, तो अजिही नॉलेज नूं चैक करने वास्ते तुसी किस तरह की एवैल्यूएशन दा दे लई केड़ा मतलब कि मैथड यूज़ कर सकते हो, केड़ी विधि यूज़ कर सकते हो। ठीक है, तो ऑप्शन ने प्रोजैक्ट बनाना देओगे जिहे बच्चे नूं विधि एबिलिटी उसकी योग्यता तो उसका ज्ञान का आपां नूं ज्ञान हो सके, उसका मुलांकन कर सके प्रॉपर। ठीक है, बी ऑप्शन है निबंधात्मक परीक्षा, तो सी ऑप्शन है ऑब्जैक्टिव टाइप परीक्षा। ठीक है, तो डी ऑप्शन है मौखिक परीक्षा। हाँ जी, ये 4 ऑप्शन ने, तो 4 ही तुहानूं देखण दे विच मेन लग रही होणीआं। ठीक है, तो हुण इत्थे तुसीं ध्यान नाल समझना भी बच्चे की काहदी गल हो रही है, ज्ञान की, तो दूसरी हो रही है योग्यता की, जिसनूं एबिलिटी कहा जांदा, ते ज्ञान नूं इंग्लिश विच आपां कहांगे नॉलेज। ठीक है जी, ये शब्द मैं इंग्लिश दे तां यूज़ कर दिंदा हुंदा भी ताकि कई बच्चे हुंदे ने जिन्हां दे विच इंग्लिश दे विच थोड़ा जिहा हुंदा हत्थ, ताकि तुसीं इस चीज़ां समझ सको जिहड़े क्वेश्चन ने। देखो एग्जाम दे विच तां तुहानूं पंजाबी च ही मिलणगे, क्योंकि पेपर ही एग्जाम पंजाबी दा, पंजाबी पैडागोजी तां पंजाबी च आऊगी, उत्थे इंग्लिश दे शब्द नहीं तुहानूं देखण नूं मिलणगे। देखो इत्थे इस तरह मिल सकदे जिवें लिखिआ ऑब्जैक्टिव टाइप क्वेश्चन। ठीक है, प्रोजैक्ट देखो, तुसीं प्रोजैक्ट तो समझोगे तो निबंधात्मक दा तुहानूं पता ही लग जूगा एसे टाइप क्वेश्चन। ठीक है जी, तो इत्थे ध्यान दे विच रखना जदों इस तरह नहीं करता इहदा राइट आंसर होगा ऑब्जैक्टिव टाइप क्वेश्चन। ठीक है, क्योंकि ਆਪਾਂ ने बच्चे की एबिलिटी ਤੁਹਾਡੇ एग्जाम ਹੁੰਦੇ ਆ। ठीक है, ਤੁਸੀਂ नौकरी ਦੇ ਲਈ ਜਦੋਂ पेपर देने तो ਤੁਹਾਨੂੰ ऑब्जैक्टिव टाइप क्वेश्चन ही ਹੁੰਦੇ ਆ। ਉੱਥੇ 4 ऑप्शन ਦੇ ਵਿੱਚੋਂ ਇੱਕ राइट ऑप्शन चुननी ਹੁੰਦੀ ਆ, ਤਾਂ ਉੱਥੇ ਤੁਹਾਡਾ नॉलेज देखी ਜਾਂਦੀ ਵੀ ਕਿੰਨੀ नॉलेज है, तो ਤੁਹਾਡੇ 'ਚ ਕੀ एबिलिटी है भी याद रखने की, है ना, चीज़ों ਨੂੰ समझਣ ਦੀ। अगला क्वेश्चन है भी ऑडियो विजुअल एड्स। ठीक है, इत्थे स्पेस पेगी ਦਾ प्रयोग टीचर ਲਈ ਕੀਤਾ ਜਾਂਦਾ है। देखो इत्थे कई शब्द इंग्लिश के ही मतलब कि वरत के उसनूं ट्रांसलेट कर दिता कि रोमन लैंगुएज दे। देखो ऑडियो भी विजुअल भी, ये दोनों शब्द काहदे नेगे, ये इंग्लिश के ने। इत्थे एड्स भी लिखिया पिया। ठीक है, जिसनूं आपां इस तरह लिख सकते हैं, एड्स की हुंदा साधन स्रोत आपां कह सकते हैं। ठीक है, टीचर शब्द भी इत्थे रोमन च ही लिखिया गया। ठीक है जी, पर लिपि आपां ने इत्थे किहड़ी वरती हैगी, वो आपां वरती हैगी गुरमुखी। देखो इत्थे ऑप्शन नेगे भी विषय दीआं गुंझलतावां नूं सरलीकरण करन दे लई। बी ऑप्शन है लचक घटाउण लई, ते लचक नहीं इत्थे लैक्चर आऊगा। ठीक है, लैक्चर भी जिहड़े टीचर लैक्चर लगांदे आ उन्हां नूं घटाउण दे लई। ते सी ऑप्शन है पढ़ाउण दे बोझ नूं घट कर लई, ते डी ऑप्शन है विद्यार्थियों ते असर पाउण दे लई। ठीक है, 4 ऑप्शन ने। देखो ऑडियो विजुअल एड्स, आपां ऑडियो विजुअल एड्स क्यों यूज़ करते हैं, ताकि बच्चे हर एक चीज़ नूं आसानी नाल समझ सकन। ठीक है, हर एक चीज़ नूं आसानी नाल समझ सकन। कई बार आपां ये सोचते हैं भी ऑडियो विजुअल एड्स वैसे तो आपां ज़्यादा कदों यूज़ करने पैंदे जदों आपां नूं ये पता भी चीज़ बच्चे इस तरह नहीं समझ पा रहे अपने बोलण दे नाल जां समझाउण दे नाल, तां आपां ऑडियो विजुअल एड्स दा प्रयोग करते हैं। तो ओबवियसली उत्थे चीज़ की होगी, कॉम्प्लीकेटेड होगी, गुंझलदार होगी। ठीक है, तो उन्होंने सरल बनाने के लिए तो इसका राइट आंसर पहला होगा भी विषय दी गुंझलतावां दा सरलीकरण करने के लिए असी ऑडियो विजुअल एड्स का प्रयोग करते हैं। ठीक है जी, देखो स्टूडेंट्स क्वेश्चन बहुत ही घैंट ने, तो क्वेश्चन वेरी वेरी इंपॉर्टेंट ने। ठीक है, हर एक क्वेश्चन है जिहड़ा देखो इस तरह का भी जिहड़ा तुहानूं डबल माइंड करता। डबल माइंड मतलब की होगा भी हरेक क्वेश्चन दे विच तुहानूं इदां लगदा भी 2 क्वेश्चन है। जिवें ये क्वेश्चन भी है भी पढ़ाउण दे बोझ नूं घट करना, तुसीं ये भी समझदे भी हाँ भी बच्चों का बोझ है जिहड़ा वो पढ़ाउण दे बोझ नूं घट कर दूगा। ठीक है, भी ठीक है भी एक टीचर है जिहड़ा फिर उह ते पढ़ा के भी उसनूं कित्थे बोलना पैंदा, उसनूं समझाउणा पैंदा, कित्थे बच्चे सामने कोई ऑडियो विजुअल एड्स लगी हुई है। ठीक है, कोई चीज़ लगी हुई है तो वो तो समझ सकता है, पर इहदा राइट तुसीं बच्चों के पॉइंट ऑफ व्यू तो देखना, तो गुंझलदारां नूं समझाउणा, सरलीकरण करना, ये सारियां चीज़ां आउणगीआं इहदे विच। हाँ जी, अगला क्वेश्चन है भी किहड़ा मास मीडिया दी श्रेणी विच नहीं हुंदा। मास मीडिया की हुंदा, तुसीं मीडिया तो सुनी होगा भी मीडिया। ठीक है, शब्द भी किहड़ा मतलब कि सोशल मीडिया तो सुनिया होगा भी किहड़ा उहदा हिस्सा नहीं हैगा। ठीक है, इन्हां विचों श्रेणी विच नहीं हुंदा। ऑप्शन ने रेडियो, चार्ट, टैलीविजन, फिल्म। ठीक है जी, 4 ऑप्शन ने। देखो मास मीडिया की हुंदा जिहदे विच आपां नूं हर एक चीज़ जिहड़ी आपां नूं सुन के समझ के पता लगदी है, चाहे वो देश विदेशों दी भी गल्लां होण वो भी पता लग जांदियां है ना।
ਤਾਂ ਆਪਾਂ ਨੂੰ ਦੇਖੋ ਰੇਡੀਓ ਰਾਹੀਂ ਵੀ ਚੀਜ਼ਾਂ ਪਤਾ ਲੱਗ ਜਾਂਦੀਆਂ ਨੇ, ਟੈਲੀਵਿਜ਼ਨ ਰਾਹੀਂ ਵੀ ਤੇ ਫਿਲਮਾਂ ਦੇਖ ਕੇ ਵੀ। ਪਰ ਚਾਰਟ ਆ ਜਿਹੜਾ ਉਹ ਆਡੀਓ ਮਾਸ ਮੀਡੀਆ ਦੇ ਅੰਡਰ ਨਹੀਂ ਆਉਂਦਾ, ਇਸ ਦੀ ਸ਼੍ਰੇਣੀ ਦਾ ਪਾਰਟ ਇਹ ਨਹੀਂ ਹੈਗਾ। ਠੀਕ ਹੈ ਜੀ, ਇਹ ਚੀਜ਼ ਨੂੰ ਸਮਝਣਾ ਤੁਸੀਂ। ਹਾਂਜੀ, ਆਪਣੇ 30 ਕੁਐਸਚਨ ਹੋ ਗਏ। ਠੀਕ ਹੈ, 30 ਦੇ 30 ਕੁਐਸਚਨ ਵੈਰੀ ਇੰਪੋਰਟੈਂਟ ਨੇ। ਠੀਕ ਹੈ ਜੀ, ਬਾਰ-ਬਾਰ ਕਹਿਣਾ, ਇਸ ਨੂੰ ਵੀਡੀਓ ਨੂੰ ਤੁਸੀਂ ਇੱਕ ਵਾਰ ਨਹੀਂ 2 ਵਾਰ ਚੰਗੀ ਤਰ੍ਹਾਂ ਇਹਦੇ ਕੁਐਸਚਨ ਚੰਗੀ ਤਰ੍ਹਾਂ ਸਮਝਣੇ ਆ। ਠੀਕ ਹੈ, ਹੋ ਸਕਦਾ ਇਸ ਦੇ ਵਿੱਚੋਂ ਕੋਈ ਕੁਐਸਚਨ ਰਿਪੀਟ ਵੀ ਹੋ ਜਾਵੇ, ਕਿਉਂਕਿ ਐਗਜ਼ਾਮ ਦੇ ਜਿੰਨੇ ਮਤਲਬ ਪਹਿਲਾਂ ਵਾਲੇ ਕੁਐਸਚਨ ਨੇ ਉਹ ਵੀ ਰਿਪੀਟ ਹੋਏ ਨੇ ਇਹਦੇ ਵਿੱਚ। ਦੇਖੋ ਇਹ ਕੁਐਸਚਨ ਆ ਵੀ ਬੱਚੇ ਸਿਰਫ ਉਦੋਂ ਹੀ ਨੈਤਿਕ ਸਿੱਖਿਆ ਹਾਸਲ ਕਰ ਸਕਦੇ ਨੇ ਜਦੋਂ, ਠੀਕ ਹੈ ਜੀ, ਨੈਤਿਕ ਸਿੱਖਿਆ ਦੀ ਗੱਲ ਹੋ ਰਹੀ ਆ, ਜਿਸ ਨੂੰ ਆਪਾਂ ਮੋਰਲ ਐਜੂਕੇਸ਼ਨ ਕਹਾਂਗੇ, ਮੋਰਲ ਐਜੂਕੇਸ਼ਨ। ਠੀਕ ਹੈ, ਤੁਹਾਡੀ ਦੇਖੋ ਸਾਈਕੋਲੋਜੀ ਆ, ਸਾਈਕੋਲੋਜੀ ਦੇ ਵਿੱਚ ਮੋਰਲ ਐਜੂਕੇਸ਼ਨ ਦੀ ਗੱਲ ਕੌਣ ਕਰਦਾ, ਮੋਰੈਲਿਟੀ ਦੀ ਗੱਲ ਕੌਣ ਕਰਦਾ, ਤਾਂ ਉਹ ਹੈਗਾ ਲਾਰੈਂਸ ਕੋਹਲਬਰਗ। ਲਾਰੈਂਸ ਕੋਹਲਬਰਗ, ਲਾਰੈਂਸ ਕੋਹਲਬਰਗ ਜਿਸਨੇ ਮੋਰੈਲਿਟੀ ਦੀ ਗੱਲ ਕੀਤੀ ਹੈ, ਇਸਨੇ ਬਹੁਤ ਘੈਂਟ ਥਿਓਰੀ ਦਿੱਤੀ ਹੈ ਆਪਣੀ, ਹੈ ਨਾ। ਉਸ ਥਿਓਰੀ ਦੇ ਵਿੱਚ ਇਸਨੇ ਇੱਕ ਸਮਝਾਇਆ ਹੋਇਆ ਵੀ ਹਰੇਕ ਬੱਚਾ 3 ਪੜਾਵਾਂ ਦੇ ਵਿੱਚੋਂ 3 ਲੈਵਲ ਦੇ ਵਿੱਚੋਂ ਗੁਜ਼ਰਦਾ, ਜਿਹਦੇ 6 ਸਟੇਜਸ ਨੇ। ਠੀਕ ਹੈ, ਹਰੇਕ ਲੈਵਲ ਅੰਡਰ 2 ਸਟੇਜਸ ਆਉਂਦੀਆਂ ਨੇ, ਉਹਦੇ ਅੰਡਰ ਇਹਨੇ ਸਮਝਾਇਆ ਹੋਇਆ ਵੀ ਇੱਕ ਸਮਾਂ ਆਉਂਦਾ ਹੌਲੀ ਹੌਲੀ ਗੁਜ਼ਰਦਾ ਬੱਚਾ। ਠੀਕ ਹੈ, ਐਂਡ ਦੇ ਵਿੱਚ ਆ ਕੇ ਉਹ ਸਹੀ ਉਹਦੇ ਉੱਤੇ ਪਹੁੰਚਦਾ, ਪੋਸਟ ਕਨਵੈਨਸ਼ਨਲ ਜਿਸ ਨੂੰ ਕਿਹਾ ਜਾਂਦਾ, ਉਹਦੇ ਵਿੱਚ ਬੱਚਾ ਸਹੀ ਅਤੇ ਗਲਤ ਦੀ ਪਹਿਚਾਣ ਸਿੱਖਦਾ ਵੀ ਜਿਹੜੇ ਰੂਲਸ ਰੈਗੂਲੇਸ਼ਨ ਬਣੇ ਹੋਇਆ ਉਹ ਕਾਹਦੇ ਵਾਸਤੇ ਆ, ਤੁਹਾਡੇ ਸਮਾਜ ਵਾਸਤੇ, ਤੁਹਾਡੀ ਸੁਸਾਇਟੀ ਵਾਸਤੇ ਆ। ਠੀਕ ਹੈ, ਅਤੇ ਉਹਨਾਂ ਨੂੰ ਬਦਲਿਆ ਜਾ ਸਕਦਾ ਜੇ ਉਹ ਰੂਲ ਗਲਤ ਨੇ। ਠੀਕ ਹੈ, ਇਸ ਤਰ੍ਹਾਂ ਉਹਨੇ ਸਮਝਾਇਆ ਸੀ। ਦੇਖੋ ਇੱਕ ਬੱਚੇ ਸਿਰਫ ਉਦੋਂ ਹੀ ਨੈਤਿਕ ਸਿੱਖਿਆ ਹਾਸਲ ਕਰ ਸਕਦੇ ਨੇ ਜਦੋਂ ਇਹ ਸਿੱਖਣ ਵਿੱਚ ਵੱਡਿਆਂ ਦਾ ਆਦਰ ਕਿਸ ਤਰ੍ਹਾਂ ਕਰਨਾ ਇਹ ਸਿੱਖਣ। ਠੀਕ ਹੈ, ਉਹਨਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਦਿੱਤੀਆਂ ਜਾਣ। ਠੀਕ ਹੈ, ਉਹ ਨੈਤਿਕ ਕਹਾਣੀਆਂ ਸੁਣਨ। ਠੀਕ ਹੈ, ਡੀ ਆਪਸ਼ਨ ਆ, ਉਹਨਾਂ ਦੇ ਟੀਚਰ ਉਹਨਾਂ ਲਈ ਇੱਕ ਚੰਗੇ ਚਰਿੱਤਰ ਦੀ ਮਿਸਾਲ ਬਣਨ। ਠੀਕ ਹੈ ਜੀ, ਆਪਸ਼ਨ ਸਾਰੀ ਸਹੀ ਲੱਗ ਰਹੇ ਨੇ। ਠੀਕ ਹੈ, ਪਰ ਆਪਾਂ ਨੇ ਦੇਖੋ ਐਗਜ਼ਾਮ ਦੇ ਵਿੱਚ ਇੱਦਾਂ ਹੁੰਦਾ ਵੀ ਸਾਰੇ ਆਪਸ਼ਨ ਆਪਾਂ ਨੂੰ ਕਈ ਵਾਰੀ ਸਹੀ ਲੱਗਦੇ ਹੁੰਦੇ ਆ, ਪਰ ਆਪਾਂ ਨੇ ਇੱਕ ਐਗਜ਼ੈਕਟ ਕੁਐਸਚਨ ਦੇਖਣਾ ਜਿਹਦੇ ਵਿੱਚ ਕੋਈ ਨਾ ਕੋਈ ਚੀਜ਼ ਛਿਪੀ ਹੁੰਦੀ ਹੈ, ਜਿਹੜਾ ਉਹ ਸਾਰੀ ਚੀਜ਼ਾਂ ਨੂੰ ਢੱਕ ਲੈਂਦਾ ਬਾਕੀ ਨੂੰ। ਠੀਕ ਹੈ, ਤਾਂ ਦੇਖੋ ਵੱਡਿਆਂ ਦਾ ਸਤਿਕਾਰ ਕਰਨਾ ਸਿਰਫ ਇਹ ਚੀਜ਼ ਸਿੱਖਣ ਨਾਲ ਹੀ ਆਪਾਂ ਨੂੰ, ਜੇ ਇਹ ਤਾਂ ਆਪਾਂ ਦੱਸ ਰਹੇ ਹਾਂ ਵੀ ਵੱਡਿਆਂ ਦਾ ਸਤਿਕਾਰ ਸਿਖਾਈ ਜਾ ਰਹੇ ਹਾਂ ਉਸਨੂੰ। ਠੀਕ ਹੈ, ਦੂਜੀ ਗੱਲ ਉਸਨੂੰ ਬੁੱਕਸ ਪੜ੍ਹਨ ਨੂੰ ਕਹਿ ਦਿੱਤੀਆਂ। ਠੀਕ ਹੈ, ਆਪਾਂ ਆਪਣੇ ਉੱਪਰ ਇਹ ਲਗਾ ਕੇ ਦੇਖੋ, ਜੇ ਆਪਾਂ ਨੂੰ ਕਹਿੰਦੇ ਵੀ ਵੱਡਿਆਂ ਦਾ ਸਤਿਕਾਰ ਕਰੋ ਤਾਂ ਕੀ ਆਪਾਂ ਸਾਰੇ ਵੱਡਿਆਂ ਦਾ ਸਤਿਕਾਰ, ਆਪਾਂ ਤੋਂ ਬਹੁਤ ਚੀਜ਼ਾਂ ਇੱਦਾਂ ਹੁੰਦੀਆਂ ਨੇ ਵੀ ਆਪਾਂ ਕਈ ਵਾਰੀ ਇਹ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਵੀ ਹਾਂ ਚਲੋ ਕਿਹਾ ਸੀ ਹੈ ਨਾ। ਕਿਤਾਬਾਂ ਪੜ੍ਹਨ ਨੂੰ ਕਹਿੰਦੇ ਆ, ਹਰ ਕੌਣ ਕਿਤਾਬਾਂ ਪੜ੍ਹਦਾ, ਬਹੁਤ ਘੱਟ ਹੁੰਦੇ ਆ ਜੋ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਹੁੰਦੇ ਆ, ਕਿਤਾਬਾਂ ਤੋਂ ਸਮਝਦੇ ਆ, ਇਗਨੋਰ ਕਰਦੇ ਆ ਅਕਸਰ ਲੋਕ। ਠੀਕ ਹੈ, ਨੈਤਿਕ ਕਹਾਣੀਆਂ ਪੜ੍ਹਨਾ, ਇਹ ਵੀ ਗੱਲ ਹੈ ਵੀ ਕੌਣ ਨੈਤਿਕ ਕਹਾਣੀਆਂ ਹਰ ਇੱਕ ਨਹੀਂ ਪੜ੍ਹਦਾ, ਕੋਈ ਨਾ ਕੋਈ। ਆਪਾਂ ਨੂੰ ਜ਼ਿਆਦਾਤਰ ਬੱਚੇ ਕੀ ਆ, ਕਾਮਿਕ ਬੁੱਕ ਪੜ੍ਹਦੇ ਆ, ਕਹਾਣੀਆਂ ਵਾਲੀਆਂ ਬੁੱਕ ਪੜ੍ਹਦੇ ਆ, ਪਰ ਇੱਥੇ ਨੈਤਿਕਤਾ ਦੀ ਗੱਲ ਹੋ ਰਹੀ ਹੈ। ਠੀਕ ਹੈ, ਵੀ ਨੈਤਿਕ ਕਹਾਣੀਆਂ ਉਹ ਵੀ ਬੱਚੇ ਬਹੁਤ ਘੱਟ ਹੀ ਪੜ੍ਹਦੇ ਆ। ਠੀਕ ਹੈ, ਅਤੇ ਉਸ ਤੋਂ ਬਾਅਦ ਹੈ ਵੀ ਉਹਨਾਂ ਦੇ ਟੀਚਰ ਉਹਨਾਂ ਲਈ ਚੰਗੇ। ਦੇਖੋ ਇੱਕ ਟੀਚਰ, ਇੱਕ ਬੱਚਾ ਜਦੋਂ ਸਕੂਲ ਦੇ ਵਿੱਚ ਹੁੰਦਾ ਤਾਂ ਸਭ ਤੋਂ ਜ਼ਿਆਦਾ ਉਹਦੇ ਉੱਪਰ ਪ੍ਰਭਾਵ ਉਸਦੇ ਟੀਚਰ ਦਾ ਪੈਂਦਾ, ਉਸਦੇ ਅਧਿਆਪਕ ਦਾ ਪੈਂਦਾ, ਕਿਉਂਕਿ ਉਹ ਉਸਦੇ ਉੱਪਰ ਉਸਨੂੰ ਦੇਖ ਕੇ ਬਹੁਤ ਚੀਜ਼ਾਂ ਗ੍ਰਹਿਣ ਕਰਦਾ ਆਪਣੀ ਲਾਈਫ ਦੇ ਵਿੱਚ। ਤਾਂ ਇੱਕ ਟੀਚਰ ਦੇ ਲਈ ਇੱਕ ਉਸਦੇ ਆਪਦੇ ਚੰਗੇ ਚਰਿੱਤਰ ਦੀ ਮਿਸਾਲ ਬਣਨਾ ਜ਼ਰੂਰੀ ਹੁੰਦਾ, ਕਿਉਂਕਿ ਇੱਕ ਟੀਚਰ ਮਾਡਲ ਹੁੰਦਾ ਉਹਦੇ ਲਈ ਵੀ ਹਾਂ ਮੈਂ ਇੱਕ ਆਦਰਸ਼ ਹੁੰਦਾ ਵੀ ਮੈਂ ਹਾਂ ਇਹਨਾਂ ਦੀ ਤਰ੍ਹਾਂ ਅੱਗੇ ਬਣਨਾ। ਤਾਂ ਇੱਕ ਟੀਚਰ ਨੂੰ ਚੰਗੇ ਚਰਿੱਤਰ ਦੀ ਮਿਸਾਲ ਬਣਨਾ ਚਾਹੀਦਾ। ਠੀਕ ਹੈ, ਇਹ ਦਾ ਰਾਈਟ ਆਨਸਰ ਆਊਗਾ। ਠੀਕ ਹੈ ਜੀ, ਇਹ ਚੀਜ਼। ਹਾਂਜੀ, ਸਾਰੇ ਕੁਐਸਚਨ ਆਪਣੇ ਹੋ ਚੁੱਕੇ ਨੇ। ਆਈ ਹੋਪ ਤੁਹਾਨੂੰ ਇਹ ਮਤਲਬ ਕਿ ਜਿੰਨੇ ਕੁਐਸਚਨ ਨੇ ਸਾਰੇ ਪਸੰਦ ਆਏ ਹੋਣਗੇ, ਅਤੇ ਸਾਰੇ ਕੁਐਸਚਨ ਮੇਨ ਨੇਗੇ। ਠੀਕ ਹੈ, ਇਹ ਨਾ ਸਮਝੋ ਵੀ ਕੋਈ ਕੁਐਸਚਨ ਇੱਦਾਂ ਹੀ ਮਤਲਬ ਕਿ ਪੁੱਛਿਆ ਹੋਇਆ, ਸਾਰੇ ਕੁਐਸਚਨ ਮੇਨ ਨੇ। ਠੀਕ ਹੈ ਜੀ, ਸਾਰੇ ਕੁਐਸਚਨ ਤੁਸੀਂ ਧਿਆਨ ਨਾਲ ਸਮਝਣਾ ਅਤੇ ਹਰ ਆਪਸ਼ਨ ਨੂੰ ਚੰਗੀ ਤਰ੍ਹਾਂ ਚੈੱਕ ਕਰਨਾ। ਪੇਪਰ ਦੇ ਵਿੱਚ ਵੀ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਵੀ ਜਦੋਂ ਵੀ ਤੁਸੀਂ ਐਗਜ਼ਾਮ ਦੇ ਵਿੱਚ ਬੈਠੋ ਅਤੇ ਤੁਹਾਨੂੰ ਕੁਐਸਚਨ ਧਿਆਨ ਨਾਲ ਪੜ੍ਹਨਾ ਵੀ ਕਿੱਥੇ ਨਹੀਂ ਲਿਖਿਆ ਹੋਇਆ, ਕਿੱਥੇ ਹੈ ਲਿਖਿਆ ਹੋਇਆ, ਇਹ ਸਾਰੀਆਂ ਚੀਜ਼ਾਂ ਦਾ ਤੁਸੀਂ ਹਮੇਸ਼ਾ ਧਿਆਨ ਰੱਖਣਾ। ਠੀਕ ਹੈ ਜੀ, ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ ਚੈਨਲ ਨੂੰ। ਠੀਕ ਹੈ, ਅਤੇ ਹਮੇਸ਼ਾ ਸਾਡਾ ਇਹ ਮਕਸਦ ਹੁੰਦਾ ਵੀ ਤੁਹਾਡਾ ਵੱਧ ਤੋਂ ਵੱਧ ਫਾਇਦਾ ਕੀਤਾ ਜਾਵੇ। ਤੁਹਾਡਾ ਐਗਜ਼ਾਮ ਆ ਜਿਹੜਾ ਉਹ ਹਰ ਹਾਲ ਦੇ ਵਿੱਚ ਕਲੀਅਰ ਹੋਣਾ ਚਾਹੀਦਾ। ਠੀਕ ਹੈ, ਇਹ ਨਹੀਂ ਹੈਗਾ ਵੀ ਤੁਸੀਂ ਸਾਡਾ ਸਿਰਫ ਇਹ ਮਕਸਦ ਹੈ ਵੀ ਤੁਹਾਨੂੰ MCQ ਪ੍ਰੋਵਾਈਡ ਕਰਵਾਤੇ। ਠੀਕ ਹੈ, MCQ ਸਿਰਫ ਮੈਂ ਇਕੱਲੇ ਆਨਸਰ ਵੀ ਲਗਾ ਸਕਦਾ ਸੀ, ਤੁਹਾਨੂੰ ਐਕਸਪਲੇਨ ਕੀਤੇ ਜਾਂਦੇ ਆ ਤਾਂ ਕਿ ਤੁਸੀਂ ਐਗਜ਼ਾਮ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਆਪਣੇ ਸਹੀ ਆਨਸਰ ਲਗਾ ਸਕੋ। ਠੀਕ ਹੈ ਜੀ, ਹਾਂਜੀ, ਮਿਲਦੇ ਆਪਾਂ ਨੈਕਸਟ ਕਲਾਸ ਦੇ ਵਿੱਚ, ਨੈਕਸਟ ਵੀਡੀਓ ਦੇ ਵਿੱਚ। ਅੱਜ ਦੇ ਲਈ ਇੰਨਾ ਹੀ, ਬਹੁਤ ਬਹੁਤ ਧੰਨਵਾਦ ਸਭ ਦਾ।
नहीं